ਵਾਹਿਗੁਰੂ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜਬ ਲਉ ਨਹੀਂ ਭਾਗਲ ਲਾਰਿ ਉਦੈ, ਤਬ ਲਉ ਭ੍ਰਮਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂੜਤ ਥੇ, ਕਬਹੂ ਮਿਟਹਿ ਨਹੀਂ ਰੇ ਪਛਤਾਇਓ। ਤਤ ਵਿਚਾਰਿਆ ਮਥੁਰਾ, ਜਗ ਤਾਰਨ ਕੋਈ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹਿ ਆਇਓ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹੱਲਾ ਪੰਜਵਾ। ਘਰ ਦੂਜਾ ਸ਼ੰਤ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ। ਉੱਚਾ ਅਗਮ ਅਪਾਰ ਪ੍ਰਭ, ਕਥਨ ਨ ਜਾਏ ਅਕਥ। ਨਾਨਕ ਪ੍ਰਭ ਸਰਣਾਗਤੀ, ਰਾਖਣ ਕੋ ਸਮਰੱਥ। ਉੱਚਾ ਅਗਮ ਅਪਾਰ ਪ੍ਰਭ, ਕਥਨ ਨ ਜਾਏ ਅਕਥ। ਨਾਨਕ ਪ੍ਰਭ ਸਰਣਾਗਤੀ, ਰਾਖਣ ਕਉ ਸਮਰੱਥ। ਸ਼ੰਤ। ਜੋ ਜਾਨੋ ਤਿਉ ਰਾਖ, ਹਰ ਪ੍ਰਭ ਤੇਰਿਆ। ਕੀਤੇ ਗਣੋ ਅਸੰਖ, ਅਵਗਣ ਮੇਰਿਆ। ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਤ ਸਾਧ ਭੁੱਲੀਐ। ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਘੋਲੀਐ। ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰਹੁ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰਹੁ, ਕਾਢ ਭਵ ਜਲ ਫੇਰਿਆ। ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰਹੁ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰਹੁ, ਕਾਢ ਭਵ ਜਲ ਫੇਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ
ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਹੁਤ ਹੀ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਜ ਕੇ ਤੁਰ ਕੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਅਥਵਾ ਦੇਸ਼ ਵਿਦੇਸ਼ਾਂ ਤੋਂ ਦੂਰ ਦਰੇਡਿਆਂ ਤੋਂ ਸੰਗਤਾਂ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਰਹੀਆਂ ਹਨ। ਜਿਸ ਪ੍ਰਥਾਏ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸਥਾਨ ਹਰ ਇੱਕ ਸਿੱਖ ਮਨ ਵਿੱਚ ਇੱਛਾ ਰੱਖਦਾ ਹੈ ਕਿ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਬਖਸ਼ ਦੇਣ, ਪਾਵਨ ਪਵਿੱਤਰ ਸਰੋਵਰ ਦੇ ਇਸ਼ਨਾਨ ਬਖਸ਼ ਦੇਣ। ਸਤਿਗੁਰੂ ਜੀ ਨੇ ਇਸ ਭਾਗ ਬਖਸ਼ਿਆ ਹੈ। ਅਥਵਾ ਅੱਜ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਨਿਤਾ ਪ੍ਰਤੀ ਦੀ ਤਰ੍ਹਾਂ ਜਗਤ ਜਲੰਦੇ ਨੂੰ ਠਾਰਨ ਵਾਸਤੇ ਮਹਾਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਦਾ ਸੁਭਾਗ ਸਮਾਂ ਆਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਜੇ ਇਹ ਸੁਭਾਗ ਮਿਲਿਆ ਹੈ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਜੋਦੜੀ ਕਰੀਏ ਕਿ ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਮਹਾਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ, ਅਸੀਂ ਸ਼ਰਵਣ ਕਰ ਸਕੀਏ, ਸੁਣ ਕੇ ਮੰਨ ਵੀ ਸਕੀਏ ਤੇ ਉਸ ਦੇ ਉੱਪਰ ਅਮਲ ਵੀ ਕਰ ਸਕੀਏ। ਇਹ ਬਖਸ਼ਿਸ਼ ਕਰਦੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅੱਜ ਮਹਾਨ ਕਿਰਪਾ ਕੀਤੀ ਹੈ। ਸੋ ਆਓ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਪਵਿੱਤਰ ਉਪਦੇਸ਼ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹੱਲਾ ਪੰਜਵਾ। ਘਰ ਦੂਜਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈਤ ਸਰੀ ਰਾਗ ਮੱਧ ਦਾ ਰਾਗ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ੰਤ ਬਖਸ਼ਿਸ਼ ਕੀਤੇ ਹਨ। ਇਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ੰਤ ਹੈ, ਜਿਸ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਹਰ ਪੌੜੀ ਦੇ ਨਾਲ ਪਦੇ ਦੇ ਨਾਲ ਸ਼ਲੋਕ ਬਖਸ਼ਿਸ਼ ਕੀਤਾ ਹੈ। ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਨੇ ਹਰ ਪਦੇ ਦੇ ਨਾਲ ਸ਼ਲੋਕ ਨਹੀਂ ਸੀ ਬਖਸ਼ਿਸ਼ ਕੀਤਾ, ਇੱਕ ਸ਼ਲੋਕ ਦੇ ਨਾਲ 4 ਪਦੇ ਸਨ। ਸੋ ਮਰਜ਼ਾਦਾ ਅਨੁਸਾਰ ਜਿੱਥੇ ਵੀ ਗ੍ਰੰਥੀ ਸਿੰਘ ਇਸ ਪਾਵਨ ਪਵਿੱਤਰ ਦਾ ਸ੍ਰੀ ਮੁਖ ਵਾਕ ਸਤਿਗੁਰੂ ਜੀ ਤੋਂ ਬਖਸ਼ਿਸ਼ ਕਰਨ ਤੇ ਇਹ 4 ਹੀ ਸ਼ਲੋਕ 4 ਹੀ ਪਦੇ ਨਾਲ ਪੜ੍ਹਨੇ ਹਨ। ਇਹ ਨਹੀਂ ਕਦੇ ਵੀ ਕਹਿਣਾ ਸਮੇਂ ਦੀ ਘਾਟ ਹੈ, ਸ਼ਬਦ ਲੰਬਾ ਹੋ ਗਿਆ, ਨਹੀਂ ਭਾਈ ਜੋ ਗੁਰੂ ਦੀ ਮਰਜ਼ਾਦਾ ਹੈ ਉਹਦੇ ਮੁਤਾਬਕ ਇਸੇ ਤਰ੍ਹਾਂ ਹੀ ਜਿਵੇਂ ਅੱਜ ਆਪਾਂ ਸ੍ਰੀ ਹਰਿਮੰਦਰ ਸਾਹਿਬ ਤੋਂ ਸਰਵਣ ਕੀਤਾ ਹੈ, ਉਸੇ ਤਰ੍ਹਾਂ ਇਹ 4 ਸ਼ੰਤ ਸ਼ਬਦ ਨਾਲ ਪੜ੍ਹਨੇ ਹਨ, ਸ਼ਲੋਕ ਨਾਲ ਪੜ੍ਹਨੇ ਹਨ। ਤੇ ਫਿਰ ਸੰਪੂਰਨਤਾ ਜਿੱਥੇ ਅਗਲਾ ਸ਼ਬਦ ਜੈਤ ਸਰੀ ਮਹੱਲਾ ਪੰਜਵਾ ਆਵੇਗਾ ਉੱਥੇ ਜਾ ਕੇ ਸੰਪੂਰਨਤਾ ਹੁੰਦੀ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਜੈਤ ਸਰੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੂਸਰੇ ਘਰ ਸੁਰਤਾਲ ਦੇ ਵਿੱਚ ਸ਼ੰਤ ਨਾਮ ਉਸਤਤ ਦਾ ਹੁੰਦਾ ਹੈ, ਉਸਤਤੀ ਕਰਦੇ ਹਨ। ਸ਼ੰਤ ਸ਼ਲੋਕ ਦੀ ਚਾਲ ਵੀ ਹੁੰਦੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਸ਼ੰਤਾਂ ਦੇ ਵਿੱਚ ਆਪ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਜਿਸ ਦਾ ਸਾਰੇ ਜੀਵਾਂ ਵਿੱਚ ਪ੍ਰਕਾਸ਼ ਹੈ, ਉਹਦੀ ਚੇਤਨ ਸਤਾ ਕਰਕੇ ਅਸੀਂ ਹਰਕਤ ਵਿੱਚ ਹਾਂ, ਜਿਹੜਾ ਸਾਰਿਆਂ ਨੂੰ ਪਾਲਣਹਾਰ ਹੈ,
ਜਿਸ ਦੇ ਉੱਪਰ ਸਭ ਦੀ ਕਾਰ ਦਾ ਹੱਥ ਹੈ, ਭਾਵ ਕਿਰਪਾ ਦਾ ਹੱਥ ਹੈ ਸਾਰੇ ਸੰਸਾਰ ਦੇ ਉੱਪਰ, ਤੇ ਸਤਿਗੁਰੂ ਦੀ ਬਖਸ਼ਿਸ਼ ਨਾਲ ਉਸ ਦੀ ਪ੍ਰਾਪਤੀ ਹੋ ਜਾਂਦੀ। ਜਿਹੜਾ ਸਤਿਗੁਰੂ ਵਾਲਾ ਬਣ ਜਾਵੇ, ਸਤਿਗੁਰੂ ਦੇ ਕਹੇ ਬਚਨ ਨੂੰ ਮੰਨ ਲਵੇ, ਹੁਕਮ ਨੂੰ ਮੰਨ ਲਵੇ, ਉਸ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਸ਼ਲੋਕ ਉੱਚਾ ਅਗਮ ਅਪਾਰ ਪ੍ਰਭ। ਸਤਿਗੁਰੂ ਜੀ ਉਹ ਪ੍ਰਭੂ ਮਾਲਕ ਜਿਸ ਦੀ ਆਪ ਉਸਤਤ ਕਰਦੇ ਹੋ, ਉਸਤਤ ਕਰਨ ਵਾਸਤੇ ਉਪਦੇਸ਼ ਬਖਸ਼ਦੇ ਹੋ, ਉਸ ਦੇ ਕੀ ਗੁਣ ਹਨ, ਕਿਹੋ ਜਿਹੇ ਉਸਦੇ ਲੱਛਣ ਹਨ, ਕਿਹੋ ਜਿਹਾ ਉਸਦਾ ਸਰੂਪ ਹੈ। ਸਤਿਗੁਰੂ ਜੀ ਸ਼ਲੋਕ ਬਖਸ਼ਿਸ਼ ਕਰਦੇ ਹਨ ਕਿ ਭਾਈ ਉਹ ਸਵੈ ਲੋਕ ਦੀ ਪ੍ਰਾਪਤੀ ਕਰਨ ਨੂੰ ਸਮਰੱਥ ਹੈ। ਉਹ ਨਿਜ ਘਰ ਦੇ ਵਿੱਚ ਵਾਸਾ ਕਰਵਾ ਦਿੰਦਾ ਹੈ। ਇਸ ਵਾਸਤੇ ਇਸ ਲੋਕ ਦੇ ਵਿੱਚ ਜਿਹੜਾ ਉਸ ਦੀ ਉਸਤਤੀ ਕਰਦਾ ਹੈ, ਮਹਿਮਾ ਕਰਦਾ ਹੈ, ਉਹਦੇ ਗੁਣ ਗਾਉਂਦਾ ਹੈ, ਉਹਦਾ ਨਾਮ ਜਪਦਾ ਹੈ, ਭਉ ਭਗਤੀ ਕਰਦਾ ਹੈ, ਉਹ ਸਵੈ ਲੋਕ ਉਸ ਨੂੰ ਸੁਰਲੋਕ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਜੀ ਕਿਰਪਾ ਕਰਦੇ ਹਨ। ਉੱਚਾ ਆਗਮ ਅਪਾਰ ਪ੍ਰਭ, ਉਹ ਭਾਈ ਸਭ ਤੋਂ ਉੱਚਾ ਹੈ। ਉਸ ਤੋਂ ਉੱਪਰ ਹੋਰ ਕੋਈ ਉੱਚਾ ਨਹੀਂ, ਉਹਦੇ ਤੋਂ ਵੱਡਾ ਨਹੀਂ ਕੋਈ, ਉਹ ਤੋਂ ਸ਼ਕਤੀਮਾਨ ਨਹੀਂ ਹੈ। ਉਹ ਸਭ ਤੋਂ ਸਮਰੱਥ ਹੈ। ਇਸ ਵਾਸਤੇ ਮਹਾਰਾਜ ਨੇ ਅਨੇਕਾਂ ਵਾਰ ਆਪਾਂ ਨੂੰ ਇਹ ਸਮਝਾਇਆ ਕਿ ਉਹ ਪ੍ਰਭੂ ਮਾਲਕ ਸਭ ਤੋਂ ਵੱਡਾ ਹੈ ਤੇ ਪਰਿਪੂਰਨ ਹੈ, ਤੇ ਉਹ ਇੰਦਰੀਆਂ ਦੀ ਗਮਤਾ ਤੋਂ ਪਰੇ ਹੈ, ਸਾਡੀਆਂ ਸੋਚਾਂ ਤੋਂ, ਵਿਚਾਰਾਂ ਤੋਂ, ਦੇਖਣ ਤੋਂ, ਉਸ ਦੀ ਮਿਣਤੀ ਕਰਨ ਤੋਂ, ਮਾਪ ਕਰਨ ਤੋਂ, ਤੋਲਣ ਤੋਂ ਪਰੇ ਹੈ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਦੇ ਲੱਖਣ ਦੱਸਦੇ ਹਨ ਕਿ ਭਾਈ ਅਪਾਰ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਉੱਚਾ ਅਗਮ ਅਪਾਰ ਪ੍ਰਭ, ਉਹ ਹੈ ਭਾਈ ਪ੍ਰਭੂ ਮਾਲਕ ਜਿਸ ਦੇ ਇਹ ਗੁਣ ਹਨ, ਜਿਸ ਦਾ ਕੋਈ ਅੰਤ ਥਾ ਨਹੀਂ ਪਾ ਸਕਦਾ। ਕਥਨ ਨ ਜਾਏ ਅਕਥ। ਸਤਿਗੁਰੂ ਜੀ ਥਾਂ ਤੇ ਨਹੀਂ ਪਾਇਆ ਜਾ ਸਕਦਾ, ਪਰ ਉਹਦੀ ਕਥਾ ਤਾਂ ਕੀਤੀ ਜਾ ਸਕਦੀ ਹੈ। ਉਹਨੂੰ ਕਥਨ ਤਾਂ ਕੀਤਾ ਜਾ ਸਕਦਾ ਨਾ, ਇੱਕ ਏਡਾ ਕੁ ਵੱਡਾ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਉਹਦੀ ਕਥਾ ਕਰਕੇ, ਉਹਨੂੰ ਕਥਨ ਕਰਕੇ ਆਨੰਦ ਤਾਂ ਲਿਆ ਜਾ ਸਕਦਾ ਹੈ, ਪਰ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਮਹਾਰਾਜ ਤੇਰੇ ਗੁਣਾਂ ਦੀ ਉਸਤੀ ਕਰਕੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਹਜ਼ੂਰ ਫਰਮਾਉਂਦੇ ਹਨ ਭਾਈ ਕੋਈ ਵੱਡੇ ਤੋਂ ਵੱਡਾ ਗਿਆਨੀ ਵਿਦਵਾਨ ਉਸ ਨੂੰ ਪਰਿਪੂਰਨ ਰੂਪ ਵਿੱਚ ਕਥਨ ਨਹੀਂ ਕਰ ਸਕਦਾ। ਨਾਨਕ ਪ੍ਰਭ ਸਰਨਾਗਤੀ। ਫਿਰ ਸਤਿਗੁਰੂ ਜੀ ਐਸੇ ਪ੍ਰਭੂ ਦੀ ਕਥਾ ਵੀ ਨਹੀਂ ਹੋ ਸਕਦੀ। ਉਹ ਇੰਦਰੀਆਂ ਦੇ ਵਿਸ਼ੇ ਤੋਂ ਵੀ ਪਰੇ ਹੈ, ਉਹਦੀ ਗਮਤਾ ਨਹੀਂ ਹੈ, ਤੇ ਫਿਰ ਮਹਾਰਾਜ ਜੀ ਕੀ ਕਰਨਾ ਚਾਹੀਦਾ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਉਸ ਪ੍ਰਭੂ ਦੀ ਸ਼ਰਨ ਵਿੱਚ ਆਉਣਾ ਚਾਹੀਦਾ, ਤਾਂ ਕਿ ਜਦੋਂ ਉਹਦੀ ਅਸੀਂ ਸ਼ਰਨ ਵਿੱਚ ਆਵਾਂਗੇ ਉਹ ਆਪੇ ਹੀ ਆਪਣੀ ਛਤਰ ਛਾਇਆ ਦੇ ਹੇਠ ਸਾਨੂੰ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਾ ਦੇਵੇਗਾ। ਮਹਾਰਾਜ ਕਹਿੰਦੇ ਭਾਈ ਐਸੇ ਪ੍ਰਭੂ ਦੀ ਸ਼ਰਨ ਵਿੱਚ ਆਈਏ। ਰਾਖਨ ਕਉ ਸਮਰੱਥ। ਕਿਉਂਕਿ ਉਹ ਰੱਖਣ ਵਾਸਤੇ ਜਮਾਂ ਤੋਂ 184 ਦੇ ਚੱਕਰ ਤੋਂ, ਦੁੱਖਾਂ ਕਲੇਸ਼ਾਂ ਤੋਂ ਰੱਖਣ ਨੂੰ ਸਮਰੱਥ ਹੋਰ ਕੋਈ ਨਹੀਂ ਹੈ। ਉਹ ਆਪ ਸਮਰੱਥ ਹੈ। ਇਸ ਵਾਸਤੇ ਹਜ਼ੂਰ ਫਰਮਾਉਂਦੇ ਹਨ ਬਿਘਨ ਬਨਾਸਣ, ਸਭ ਦੁੱਖ ਨਾਸਣ, ਜਿਹਦੇ ਕਰਕੇ ਸਾਰੇ ਦੁੱਖ ਨਸ ਜਾਂਦੇ ਹਨ। ਸਤਿਗੁਰ ਨਾਮ ਦ੍ਰਿੜਾਇਆ, ਉਹਦਾ ਨਾਮ ਦ੍ਰਿੜ ਕਰਵਾਇਆ ਮਹਾਰਾਜ ਨੇ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਇਸ ਕਰਕੇ ਭਾਈ ਉਹੀ ਕੇਵਲ ਰੱਖਿਆ ਕਰਨ ਨੂੰ, ਲੋਕ ਪਰਲੋਕ ਦੇ ਵਿੱਚ ਸੁਖ ਦੇਣ ਨੂੰ, ਲੋਕ ਪਰਲੋਕ ਵਿੱਚ ਰੱਖਿਆ ਕਰਨ ਨੂੰ, ਜੀਵ ਦੇ ਉੱਪਰ ਦਇਆ ਕਰਨ ਨੂੰ ਸਮਰੱਥ ਹੈ। ਸ਼ੰਤ ਜੋ ਜਾਨੋ ਤਿਉ ਰਾਖ। ਹੁਣ ਸ਼ੰਤ ਦੀ ਚਾਲ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵ ਪੁੱਛਦਾ ਹੈ, ਜਗਿਆਸੂ ਪੁੱਛਦਾ ਹੈ, ਗੁਰਸਿੱਖਾਂ ਦੀ ਅਰਦਾਸ ਹੈ। ਸਤਿਗੁਰੂ ਜੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹ ਆਪ ਸਾਨੂੰ ਉਪਦੇਸ਼ ਬਖਸ਼ੋ ਕਿ ਉਹਦੀ ਸ਼ਰਨ ਵਿੱਚ ਆ ਕੇ ਕੀ ਕਰਨਾ ਚਾਹੀਦਾ। ਤੇ ਮਹਾਰਾਜ ਜੀ ਫਰਮਾਉਂਦੇ ਹਨ ਕਿ ਭਾਈ
ਮਹਾਰਾਜ ਦਾ ਭਾਣਾ ਮੰਨਦਿਆਂ ਹੋਇਆ, ਹੁਕਮ ਮੰਨਦਿਆਂ ਹੋਇਆ, ਗੁਰੂ ਕੀ ਸਿੱਖੀ ਨੂੰ ਧਾਰਨ ਕਰਦਿਆਂ ਹੋਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਕੇ ਫਿਰ ਕੀ ਕਰਨਾ ਹੈ? ਫਿਰ ਦੋਨੇ ਹੱਥ ਜੋੜ ਕੇ ਅਰਦਾਸ ਕਰਨੀ ਹੈ। ਜਿਉ ਜਾਨੋ ਤਿਉ ਰਾਖ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਵੀ ਆਪ ਜੀ ਨੂੰ ਭਾਉਂਦਾ ਹੈ ਉਵੇਂ ਸਾਡੀ ਰੱਖਿਆ ਕਰੋ ਮਹਾਰਾਜ, ਸਾਨੂੰ ਰੱਖ ਲਓ। ਜੇ ਸਾਡੇ ਔਗਣ ਗਿਣੋਗੇ ਮਹਾਰਾਜ ਫਿਰ ਤੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਬੇਅੰਤੀ ਔਗਣ ਨੇ। ਸਾਡਾ ਛੁਟਕਾਰਾ ਹੋ ਹੀ ਨਹੀਂ ਸਕਦਾ। ਹਮਰੇ ਕਰਮ ਨਾ ਵਿਚਰੋ ਠਾਕਰ ਤੁਮ ਪੈਜ ਰੱਖੋ ਅਪਨੀਦੇ। ਆਪਣੀ ਪੈਜ ਰੱਖੋ ਮਹਾਰਾਜ। ਆਪ ਦੀ ਪੈਜ ਆਏ ਜੋ ਸ਼ਰਨ ਆਵੈ ਤਿਸ ਕੰਠ ਲਾਵੈ ਬਿਰਧ ਸੁਆਮੀ ਸੰਦਾ। ਇਹ ਅਰਦਾਸ ਕਰੋ ਮਹਾਰਾਜ, ਜਿਵੇਂ ਵੀ ਆਪ ਜੀ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਸਾਨੂੰ ਰੱਖ ਲਓ ਆਪਦੇ ਚਰਨਾਂ ਵਿੱਚ। ਹਰ ਪ੍ਰਭ ਤੇਰਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀ ਨੂੰ ਆਪਣੇ ਮਾਲਕ ਮੰਨ ਲਿਆ ਹੈ। ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੀ ਸ਼ਰਨ ਵਿੱਚ ਹਾਂ। ਕਿਤੇ ਗਣੋ ਅਸੰਖ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨੇ ਇੱਕ ਸੰਖ ਹੁੰਦੀ ਗਿਣਤੀ, ਨੀਲ ਤੋਂ ਸੰਖ, ਲੱਖਾਂ ਕਰੋੜਾਂ ਤੋਂ ਅੱਗੇ ਗਿਣਤੀ ਦਾ ਨਾਮ ਹੈ। ਤੇ ਐੜਾ ਲਾ ਕੇ ਅਸੰਖ ਬੇਅੰਤੀ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਕਿੰਨੇ ਕੁ ਗਿਣਨਾ ਕਰੀਏ? ਅਵਗਨ ਮੇਰਿਆ। ਜਿਹੜੇ ਮੇਰੇ ਵਿੱਚ ਅਵਗਣ ਨੇ। ਸਾਡਾ ਸੁਭਾਅ ਬਣ ਗਿਆ ਕਿ ਅਸੀਂ ਆਪਣੇ ਗੁਣਾਂ ਦਾ ਪ੍ਰਗਟਾਵਾ ਕਰਦੇ ਹਾਂ, ਗੁਣਾਂ ਦੀ ਪ੍ਰਦਰਸ਼ਨੀ ਕਰਦੇ ਹਾਂ। ਅਸਲ ਵਿੱਚ ਕਿੰਨੇ ਕੁ ਸਾਡੇ ਵਿੱਚ ਔਗਣ ਹਨ ਇਹ ਤੇ ਅਕਾਲ ਪੁਰਖ ਹੀ ਜਾਣਦਾ ਹੈ। ਸੋ ਸਾਨੂੰ ਬਹੁਤਿਆਂ ਦਾ ਪਤਾ ਹੋਣ ਦੇ ਬਾਵਜੂਦ ਵੀ ਸਾਨੂੰ ਸਾਰਿਆਂ ਦਾ ਨਹੀਂ ਪਤਾ ਵੀ ਸਾਡੇ 'ਚ ਕਿੰਨੇ ਔਗਣ ਹਨ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨੇ ਗਿਣ ਕੇ ਦਸੀਏ? ਗਿਣਤੀ ਤੋਂ ਬਾਹਰ ਹਨ ਸਾਡੇ ਵਿੱਚ ਜਿਹੜੇ ਔਗਣ ਹਨ। ਅਸੰਖ ਅਵਗਨ ਖਦੇ ਫੇਰੇ। ਮਹਾਰਾਜ ਜੀ ਹਲੇ ਕਿਹੜੇ ਗੱਲ ਮੁੱਕ ਗਈ? ਅਸੰਖ ਅਵਗਣ ਖਤੇ ਫੇਰੇ। ਹਾਲੇ ਵੀ ਮਨੁੱਖਾ ਜਨਮ ਵਿੱਚ ਆ ਕੇ ਵੀ ਮਹਾਰਾਜ ਅਸੰਖਾਂ ਹੀ ਬੇਅੰਤੀ ਔਗਣ ਕਰਦੇ ਹਾਂ, ਖਤੇ ਭੁੱਲੇ ਹੋਏ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਕਰਕੇ ਹੀ ਫਿਰ 84 ਦੇ ਚੱਕਰ ਵਿੱਚ ਫੇਰੇ ਪੈ ਜਾਂਦੇ ਆ। ਹਲੇ ਵੀ ਇਸ ਗੱਲ ਤੋਂ ਬੇਸਮਝ ਬਣੇ ਫਿਰਦੇ ਹਾਂ। ਆਪ ਹੀ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ। ਜੇ ਸਾਡੇ ਇਸ ਜ਼ਿੰਦਗੀ ਦੇ ਵਿੱਚ ਵੀ ਜਦੋਂ ਆ ਕੇ ਆਪ ਜੀ ਨੇ ਮਨੁੱਖਾ ਜਨਮ ਬਖਸ਼ ਕੇ ਇਹ ਸਾਨੂੰ ਉਪਦੇਸ਼ ਦੇ ਦਿੱਤਾ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲ ਕੀਹੇ ਤੇਰੀ ਬਰੀਆ। ਤੇ ਮਹਾਰਾਜ ਜੀ ਇਹਦੇ ਬਾਵਜੂਦ ਬੇਅੰਤ ਔਗਣ ਕਰਦੇ ਹਾਂ। ਅਸੀਂ ਆਪ ਜੀ ਦੇ ਉਪਦੇਸ਼ ਤੋਂ ਹਲੇ ਵਾਂਝੇ ਹਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰੋ, ਮਿਹਰ ਕਰੋ। ਬੇਅੰਤੀ ਸਾਡੇ ਵਿੱਚ ਔਗਣ ਹਨ। ਨਿਤ ਪ੍ਰਤ ਸਦ ਭੁੱਲੀਆ। ਨਿਤਾ ਪ੍ਰਤ ਹੀ ਹਰ ਰੋਜ਼ ਹੀ ਅਸੀਂ ਭੁੱਲੇ ਫਿਰਦੇ ਹਾਂ। ਕੀ ਭੁੱਲੇ ਆ? ਅੰਮ੍ਰਿਤ ਵੇਲਾ ਵੀ ਭੁੱਲ ਗਏ, ਪੰਜ ਬਾਣੀਆਂ ਦਾ ਨਿਤਨੇਮ ਵੀ ਭੁੱਲ ਗਏ, ਮਹਾਰਾਜ ਸੁਖਮਨੀ ਸਾਹਿਬ ਪੜ੍ਹਨਾ ਭੁੱਲ ਗਏ, ਸੰਗਤ ਵਿੱਚ ਆਉਣਾ ਭੁੱਲ ਗਏ, ਸੰਗਤ ਵਿੱਚ ਆ ਕੇ ਸੇਵਾ ਕਰਨੀ ਭੁੱਲ ਗਏ, ਵੱਡਿਆਂ ਦਾ ਆਦਰ ਕਰਨਾ ਭੁੱਲ ਗਏ, ਦੂਸਰੇ ਦੇ ਸ਼ੁਭ ਗੁਣ ਵੇਖ ਕੇ ਪ੍ਰਸੰਨਤਾ ਕਰਨੀ ਭੁੱਲ ਗਏ, ਈਰਖਾ ਵਿੱਚ ਸੜਨ ਲੱਗ ਪਏ। ਮਹਾਰਾਜ ਦਿਨੇ ਰਾਤ ਇਹਨਾਂ ਵਿਸ਼ਿਆਂ ਦੇ ਵਿੱਚ ਅਸੀਂ ਭੁੱਲੇ ਹੋਏ ਹਾਂ। ਮੋਹ ਮਗਨ ਬਿਕਰਾਲ ਮਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਭੁੱਲੇ ਕਿਉਂ ਆ? ਕਿਉਂਕਿ ਇਹ ਬਹੁਤ ਭਿਆਨਕ ਜਿਹੜੀ ਜਨ ਤੇ ਚੇਤਨ ਮਾਇਆ ਹੈ। ਹਜ਼ੂਰ ਫਰਮਾਉਂਦੇ ਹਨ ਮੋਹ ਮਗਨ ਬਿਕਰਾਲ ਮਾਇਆ। ਇਹਦੇ ਵਿੱਚ ਮੋਹ ਕਰਕੇ ਮਗਨ ਹੋ ਗਏ, ਇਹਦੇ ਵਿੱਚ ਲੀਨ ਹੋ ਗਏ। ਪਰ ਇਹ ਜਿਹੜੀ ਵਿਕਰਾਲ ਭਿਆਨਕ ਮਾਇਆ ਸੀ ਜੜ ਤੇ ਚੇਤਨ, ਤੋ ਪ੍ਰਸਾਦੀ ਘੁਲੀਆ। ਤੇ ਹਜ਼ੂਰ ਪਾਤਸ਼ਾਹ ਜੀ ਸੁਣ ਸਮਝ ਆਈ ਸੰਗਤ ਵਿੱਚ ਆ ਕੇ ਕਿ ਤੁਹਾਡੀ ਕਿਰਪਾ ਕਰਕੇ ਹੀ ਇਸ ਮਾਇਆ ਤੋਂ ਛੁਟਕਾਰਾ ਪੈ ਸਕਦਾ ਹੈ ਅਤੇ ਆਪ ਜੀ ਦੇ ਸ਼ੁਭ ਗੁਣਾਂ ਦੇ ਵਿੱਚ ਅਸੀਂ ਘੁਲ ਮਿਲ ਸਕਦੇ ਹਾਂ। ਤੋ ਪ੍ਰਸਾਦੀ ਘੁਲੀਆ, ਤਾਂ ਤੁਹਾਡੇ ਦੇ ਨਾਲ ਮਿਲਾਪ ਹੋ ਸਕਦਾ ਹੈ, ਤੁਹਾਡੇ ਵਿੱਚ ਭੇਦ ਹੋ ਸਕਦੇ ਹਾਂ। ਲੋਕ ਕਰਤ ਵਿਕਾਰ ਵਿਖੜੇ। ਮਹਾਰਾਜ ਸਾਡੀ ਹਾਲਤ ਸੁਣੋ। ਸਾਡੇ ਤਾਂ ਇੰਨੇ ਔਗਣ ਹਨ। ਲੋਕ ਕਰਤ ਵਿਕਾਰ ਵਿਖੜੇ, ਲੁਕ ਲੁਕ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਵਿਸ਼ੇ ਭੋਗਦੇ ਹਾਂ, ਵਕਾਰ ਭੋਗਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ
ਸਾਡੇ ਵਿੱਚ ਇੰਨੇ ਔਗਣ ਹਨ ਕਿ ਤੈਨੂੰ ਅਸੀਂ ਹਰ ਥਾਂ ਤੇ ਵਿਆਪਕ ਸਮਝਿਆ ਹੀ ਨਹੀਂ। ਅਨਕ ਪੜਦੇ ਮੈਂ ਕਮਾਵੈ ਵਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਖਿਨ ਮਾਤਰ ਦੇ ਵਿੱਚ ਸੰਸਾਰ ਜਿਹੜੇ ਪ੍ਰਗਟ ਹੋ ਜਾਣੇ ਹਨ, ਉਹਨਾਂ ਵਕਾਰਾਂ ਨੂੰ ਅਸੀਂ ਲੁਕ ਕੇ ਦਰਵਾਜ਼ੇ ਬੰਦ ਕਰਕੇ ਮਹਾਰਾਜ ਗੁਪਤ ਥਾਵਾਂ ਤੇ ਜਾ ਕੇ ਵਿਸ਼ੇ ਭੋਗਦੇ ਹਾਂ। ਇਹੋ ਜਿਹੀ ਸਾਡੀ ਹਾਲਤ ਹੈ। ਅਸੀਂ ਵਿਭਚਾਰੀ ਹਾਂ, ਲੋਕ ਕਰਤ ਵਿਕਾਰ ਵਿਖੜੇ, ਐਸੇ ਭੈੜੇ ਅਸੀਂ ਵਕਾਰੀ ਹਾਂ ਜੀ। ਪ੍ਰਭ ਨੇਰੋ ਦੇ ਨੇਰਿਆ, ਆਪ ਜੀ ਤਾਂ ਹਮੇਸ਼ਾ ਵਾਸਤੇ ਹੀ ਤੂੰ ਹਿਰਦੇ ਗੁਪਤ ਵਸੈ, ਦਿਨ ਰਾਤੀ ਤੇਰਾ ਭਉ ਨਾ ਬੁਝੈ ਗਵਾਰੀ। ਏਡੀ ਮੂਰਖਤਾ ਸਾਡੇ ਮਨ ਵਿੱਚ ਹੈ। ਆਪ ਤਾਂ ਸਦਾ ਅੰਗ ਸੰਗੇ ਆ ਭੰਗ ਬਭੂਤੇ, ਸਦਾ ਸਾਡੇ ਅੰਗ ਸੰਗ ਹੋ। ਪਰ ਮਹਾਰਾਜ ਇਸ ਗੱਲ ਤੋਂ ਅਣਜਾਣਤਾ ਬਸ ਅਸੀਂ ਬੇਅੰਤਰਾਂ ਦੇ ਔਗਣ ਕੀਤੇ ਹਨ। ਆਪ ਤਾਂ ਹਮੇਸ਼ਾ ਸਾਡੇ ਨਾਲ ਹੈ। ਨਾਲ ਕਿਵੇਂ ਆ ਭਾਈ? ਭਾਵੇਂ ਕੋਈ ਚੋਰੀ ਕਰਦਾ ਹੈ, ਵਿਵਚਾਰ ਕਰਦਾ ਹੈ, ਔਗਣ ਕਰਦਾ ਹੈ, ਅੰਦਰ ਪ੍ਰਮਾਤਮਾ ਦੀ ਅੰਸ਼ ਹੋਣ ਕਰਕੇ ਮਨ ਅੰਦਰੋਂ ਆਵਾਜ਼ ਦਿੰਦਾ ਹੈ ਵੀ ਤੂੰ ਇਹ ਕੰਮ ਗਲਤ ਕਰ ਰਿਹਾ। ਪਰ ਅਸੀਂ ਉਸ ਨੂੰ ਅਣਡਿੱਠ ਕਰ ਦਿੰਦੇ ਹਾਂ, ਉਹਦੀ ਪਰਵਾਹ ਨਹੀਂ ਕਰਦੇ। ਜਦੋਂ ਕੋਈ ਚੰਗਾ ਕੰਮ ਕਰਦੇ ਹਾਂ ਤੇ ਮਨ ਦੇ ਵਿੱਚ ਹੌਸਲਾ ਬਣਦਾ ਹੈ, ਸ਼ਾਬਾਸ਼ ਮਿਲਦੀ ਆਪਣੇ ਆਪ ਹੀ। ਉਹ ਕੌਣ ਦਿੰਦਾ ਹੈ? ਕਿਉਂਕਿ ਮਨ ਜਿਹੜਾ ਹੈ ਉਹ ਅੰਸ਼ ਹੈ ਪਰਮਾਤਮਾ ਦੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੇ ਤੂੰ ਉਸ ਮੂਲ ਨੂੰ ਪਛਾਣ ਲਵੇ, ਜਦੋਂ ਪਹਿਲੀ ਆਵਾਜ਼ ਆਈ ਤੈਨੂੰ ਵੀ ਨਾ ਭਾਈ ਤੂੰ ਨਾ ਇਹ ਕੰਮ ਕਰ, ਸਤਿਗੁਰੂ ਜੀ ਨੇ ਪ੍ਰਤੱਖ ਸਾਨੂੰ ਕਰਕੇ ਦਿਖਾਇਆ ਹੈ। ਭਾਈ ਜੋਗਾ ਸਿੰਘ ਨੂੰ ਆਵਾਜ਼ਾਂ ਆਈਆਂ ਅੰਦਰੋਂ ਵੀ ਇਹ ਦੁਬਾਰਾ ਵੇਸਵਾ ਦਾ ਹੈ, ਤੂੰ ਨਾ ਜਾ। ਪਰ ਵਕਾਰ ਨੇ ਇੰਨਾ ਜ਼ੋਰ ਪਾਇਆ, ਮੁੜ ਕੇ ਗਿਆ। ਤੇ ਫਿਰ ਪਹਿਰੇਦਾਰ ਬਣ ਕੇ ਕਲਗੀਧਰ ਪਾਤਸ਼ਾਹ ਜੀ ਨੇ ਸਖਿਆਤ ਹੋ ਕੇ ਸਪਸ਼ਟ ਹੀ ਕਹਿ ਦਿੱਤਾ, ਓਏ ਤੂੰ ਤੇ ਕਲਗੀਧਰ ਪਾਤਸ਼ਾਹ ਦਾ ਸਿੱਖ ਲੱਗਦਾ ਹੈ, ਗੁਰੂ ਕਾ ਸਿੱਖ, ਤੇਰਾ ਇੱਥੇ ਕੀ ਕੰਮ ਹੈ? ਫਿਰ ਅੱਖਾਂ ਖੁੱਲੀਆਂ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡੀ ਇਹ ਹਾਲਤ ਹੈ ਕਿ ਆਪ ਜੀ ਨੂੰ ਅਸੀਂ ਸਮਰੱਥ ਸਮਝਿਆ ਹੀ ਨਹੀਂ, ਆਪ ਜੀ ਨੂੰ ਹਾਜ਼ਰ ਨਾਜ਼ਰ ਨਹੀਂ ਸਮਝਿਆ। ਇਸ ਕਰਕੇ ਮਹਾਰਾਜ ਜੀ ਨਿਤਾ ਪਰਤੀ ਭੁੱਲੇ ਹੋਏ ਹਾਂ। ਬਿਨਵੰਤ ਨਾਨਕ ਦਇਆ ਧਾਰੋ। ਇਸ ਕਰਕੇ ਸਤਿਗੁਰੂ ਜੀ ਹੁਣ ਆਪ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਸਾਡੇ ਤੇ ਮਿਹਰ ਕਰੋ, ਕਿਰਪਾ ਕਰੋ। ਕਾਢ ਭਵ ਜਲ ਫੇਰਿਆ। ਸਤਿਗੁਰੂ ਜੀ ਸਾਨੂੰ ਵਿਸ਼ਿਆਂ ਵਕਾਰਾਂ ਵਿੱਚੋਂ ਕੱਢ ਕੇ ਸਾਨੂੰ ਸੁਭ ਗੁਣ ਬਖਸ਼ ਦਿਓ। ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਸਾਡੇ ਅੰਦਰ ਭਰ ਦਿਓ। ਨਹੀਂ ਤਾਂ ਅਸੀਂ ਵਿਕਾਰੀ ਲੋਕ ਮਹਾਰਾਜ ਸੱਚੇ ਪਾਤਸ਼ਾਹ ਜੀ ਭਵਜਲ ਦੇ ਗੇੜਿਆਂ ਵਿੱਚ ਹੀ ਫਸੇ ਰਵਾਂਗੇ। ਇਸ ਕਰਕੇ ਆਪ ਕਿਰਪਾ ਕਰੋ, ਰਹਿਮਤ ਕਰੋ। ਇਸ ਕਰਕੇ ਹੀ ਭਾਈ ਸਤਿਗੁਰੂ ਨੇ ਬਖਸ਼ਾਂ ਕੀਤੀਆਂ ਕਿ ਪੰਜਾਂ ਪਿਆਰਿਆਂ ਦੇ ਪੇਸ਼ ਹੋਵੋ, ਪੰਜਾਂ ਪਿਆਰਿਆਂ ਦੇ ਸਨਮੁਖ ਖਾ ਕੇ ਖੰਡੇ ਬਾਟੀ ਦਾ ਅੰਮ੍ਰਿਤ ਛਕੋ। ਪੰਜ ਪਿਆਰੇ ਜੋ ਰਹਿਤ ਦੱਸਦੇ ਹਨ, ਇਹ ਜੀਵ ਦੀ ਤੰਦਰੁਸਤੀ ਵਾਸਤੇ ਸਾਧ ਸੰਗਤ ਜੀ ਪਰਹੇਜ਼ ਹੈ। ਪਰਹੇਜ਼ ਜਿਵੇਂ ਦਵਾਈ ਤਾਂ ਦੇ ਦਿੱਤੀ, ਅੰਮ੍ਰਿਤ ਛਕਾਤਾ, ਨਾਲ ਪਰਹੇਜ਼ ਦੱਸਿਆ ਕਿ ਭਾਈ ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਹੈ। ਪੰਜ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ ਹਨ, ਸੌਣ ਵੇਲੇ ਕੀਰਤਨ ਸੋਲਾ ਪੜ੍ਹਨਾ ਹੈ, ਸ਼ਾਮਾਂ ਨੂੰ ਜਦੋਂ ਸੂਰਜ ਅਸਤ ਹੁੰਦਾ ਉਦੋਂ ਰਹਿਰਾਸ ਸਾਹਿਬ ਦਾ ਪਾਠ ਕਰਨਾ ਹੈ। ਤੇ ਦੁਨੀਆ ਵਿੱਚ ਵਿਚਰਨ ਦੇ ਤੈਨੂੰ ਢੰਗ ਦੱਸੇ ਕਿ ਤੂੰ ਰਹਿਤ ਵਿੱਚ ਤਿਆਰ ਬਰ ਧਿਆਨ ਰਹਿਣਾ ਹੈ। ਕੁੜੀ ਮਾਰ, ਨੜੀ ਮਾਰ, ਇਹਨਾਂ ਦਾ ਵਸਾਹ ਨਹੀਂ ਕਰਨਾ, ਮੇਲ ਨਹੀਂ ਕਰਨਾ। ਤੇ ਤੂੰ ਜਿਹੜਾ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਕੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਫਿਰ ਗੁਰੂ ਡਰ ਲੱਗ ਜੇ, ਉਹਦੇ ਤੇ ਤੂੰ ਭਰਮ ਨਹੀਂ ਕਰਨਾ, ਉਹਨੂੰ ਆਪਣਾ ਭਰਾ ਸਮਝਣਾ ਹੈ। ਸਾਧ ਸੰਗਤ ਜੀ, ਇਹ ਗੁਰਮਤਿ ਦੇ ਗੁਣ ਦੱਸੇ ਸਾਨੂੰ ਮਹਾਰਾਜ ਨੇ। ਇਹਨਾਂ ਗੁਣਾਂ ਵਿੱਚ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਜਦੋਂ ਤੂੰ ਇਹਨਾਂ ਗੁਣਾਂ ਵਿੱਚ ਆ ਗਿਆ, ਫਿਰ ਮਹਾਰਾਜ ਕਹਿੰਦੇ ਹੈ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਬੇਨਤੀ ਕਰੀਏ ਕਿ ਮਹਾਰਾਜ ਸਾਨੂੰ ਇਹਨਾਂ ਭਵਜਲ ਦੇ ਫੇਰਿਆਂ 'ਚੋਂ ਆਪ ਹੀ ਕੱਢ ਸਕਦੇ ਹੋ, ਮਿਹਰ ਕਰੋ, ਸਾਡੇ ਤੇ ਰਹਿਮਤ ਕਰੋ। ਸਤਿਗੁਰੂ ਨੇ ਤਾਂ ਭਾਈ ਏਡੀ ਵੱਡੀ ਰਹਿਮਤ ਕੀਤੀ, ਕਿਰਪਾ ਕੀਤੀ ਹੈ। ਹੁਣ ਅਸੀਂ ਅੰਮ੍ਰਿਤ ਵੀ ਛਕ ਲੈਂਦੇ ਹਾਂ, ਅੰਮ੍ਰਿਤ ਛਕ ਕੇ ਪੰਜਾਂ ਪਿਆਰਿਆਂ ਦੀ ਰਹਿਤ ਵੀ ਸੁਣ ਲੈਂਦੇ ਹਾਂ, ਪਰ ਮੰਨਦੇ ਨਹੀਂ। ਜਦੋਂ ਨਹੀਂ ਮੰਨਦੇ ਤੇ ਫਿਰ ਪਰਹੇਜ਼ ਨਾ ਹੋਇਆ ਤੇ ਫਿਰ ਸਾਡੀ ਆਤਮਾ ਚੜ੍ਹਦੀ ਕਲਾ ਵਿੱਚ ਹੋ ਕੇ ਪ੍ਰਭੂ ਪਰਮਾਤਮਾ ਦੇ ਨਾਲ ਵਿਲੀਨ ਕਿਵੇਂ ਹੋਵੇਗੀ, ਉਹਦੇ ਵਿੱਚ ਕਿਵੇਂ ਭੇਦਤਾ ਬਣੇਗੀ।
ਪੰਜਾਂ ਪਿਆਰਿਆਂ ਨੇ ਆਪਾਂ ਨੂੰ ਹੁਕਮ ਕਰ ਦਿੱਤਾ, ਮੰਨਣਾ ਆਪਾਂ ਹੈ। ਇਸ ਕਰਕੇ ਜਿਹੜੇ ਗੁਰੂ ਕੇ ਸਿੱਖ ਮੰਨਦੇ ਨੇ, ਬੇਅੰਤ ਗੁਰੂ ਕੇ ਸਿੱਖ ਨੇ, ਜਿਹੜੇ ਭਾਈ ਨਾਮ ਜਪ ਜਪ ਕੇ ਅਭਿਆਸੀ ਬਣ ਗਏ, ਪਰਮਾਤਮਾ ਦੇ ਨਾਲ ਇਕਮਿਕ ਹੋ ਗਏ, ਇਹੋ ਜੀ ਅਵਸਥਾ ਵਾਲੇ ਗੁਰੂ ਕੇ ਸਿੱਖਾਂ ਦਾ ਕੋਈ ਘਾਟਾ ਨਹੀਂ। ਪਰ ਭਾਈ ਇਹ ਸਭਨਾਂ ਵਾਸਤੇ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਸਾਨੂੰ ਭਵਜਲ ਦੇ 84 ਦੇ ਚੱਕਰ ਵਿੱਚੋਂ ਕੱਢ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦੇ ਵਿੱਚ ਅਭੇਦਤਾ ਬਖਸ਼ ਦੋ। ਸ਼ਲੋਕ ਨਿਰਤ ਨ ਪਵੈ ਅਸੰਖ ਗੁਣ। ਹਜੂਰ ਫਰਮਾਉਂਦੇ ਨੇ, ਅਗਲਾ ਸ਼ਲੋਕ ਸ਼ੁਰੂ ਕਰਦੇ ਹਨ, ਨਿਰਤ ਨ ਪਵੈ ਅਸੰਖ ਗੁਣ। ਤੇਰੇ ਗੁਣਾਂ ਦਾ ਮਹਾਰਾਜ ਨਿਰਤ ਨਿਰਣਾ ਨਹੀਂ ਹੋ ਸਕਦਾ, ਕੋਈ ਅਨੁਮਾਨ ਨਹੀਂ ਲੱਗ ਸਕਦਾ ਕਿ ਤੇਰੇ 'ਚ ਇੰਨੇ ਕੁ ਗੁਣ ਹੋ ਸਕਦੇ ਆ, ਕਿਉਂਕਿ ਤੇਰੇ ਬਰਾਬਰ ਦੂਜਾ ਹੈ ਹੀ ਨਹੀਂ ਕੋਈ। ਕਿਹਦੇ ਨਾਲ ਤੇਰੀ ਤੁਲਨਾ ਕਰਕੇ ਕਹੀਏ ਕਿ ਫਲਾਣੇ ਜਿੰਨੇ ਤੇਰੇ 'ਚ ਗੁਣ ਹੋਣਗੇ? ਤੂੰ ਤੇ ਮਹਾਰਾਜ ਇੱਕ ਹੈ। ਤਾਂ ਜੇ ਮਹਾਰਾਜ ਨੇ ਕਿਹਾ ਇੱਕ ਓੰਕਾਰ, ਤੂੰ ਇੱਕੋ ਹੀ ਆ, ਤੇਰੇ ਬਰਾਬਰ ਦੂਜਾ ਨਹੀਂ ਹੈ ਕੋਈ। ਇਸ ਵਾਸਤੇ ਮਹਾਰਾਜ ਤੇਰੇ ਗੁਣਾਂ ਦਾ ਜਿਹੜੇ ਅਸੰਖਾ ਹੀ ਗੁਣ ਹਨ ਤੇਰੇ ਵਿੱਚ, ਸ਼ੁਭ ਗੁਣ ਬਖਸ਼ਣਹਾਰ ਹੈ ਤੂੰ। ਤੂੰ ਤਾਂ ਮਹਾਰਾਜ ਨਥਾਵਿਆਂ ਨੂੰ ਥਾਂ ਬਖਸ਼ ਦਿੰਦਾ ਹੈ, ਨਿਮਾਣਿਆਂ ਨੂੰ ਮਾਣ ਬਖਸ਼ ਦਿੰਦਾ ਹੈ, ਮਹਾਰਾਜ ਗਰੀਬਾਂ ਦੀਆਂ ਝੋਲੀਆਂ ਭਰ ਦਿੰਦਾ ਹੈ। ਤੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੱਢ ਕੇ ਸਤ ਸੰਤੋਖ ਦਇਆ ਧੀਰਜ ਦੇ ਖਜ਼ਾਨੇ ਭਰ ਦਿੰਦਾ ਹੈ। ਮਹਾਰਾਜ ਤੇਰੇ ਤੇ ਬੇਅੰਤੀ ਗੁਣ ਨੇ। ਇਹ ਤੇ ਉਹ ਨੇ ਜਿਹੜੇ ਰੋਜ਼ ਅਸੀਂ ਗਿਣਦੇ ਹਾਂ, ਹੋਰ ਬੇਅੰਤ ਗੁਣ ਨੇ ਮਹਾਰਾਜ ਜਿਨ੍ਹਾਂ ਦਾ ਨਿਰਣਾ ਨਹੀਂ ਹੋ ਸਕਦਾ। ਉੱਚਾ ਪ੍ਰਭ ਕਾ ਨਾਉ। ਹਾਂ, ਇੱਕ ਗੱਲ ਹੈਗੀ ਹੈ ਕਿ ਪ੍ਰਭ ਉਹ ਜਿਹੜਾ ਉੱਚਾ ਮਾਲਕ ਹੈ ਨਾ, ਉਹਦਾ ਨਾਮ ਸਭ ਤੋਂ ਉੱਚਾ ਹੈ। ਉੱਚੇ ਉੱਪਰ ਉੱਚਾ ਨਾਉ, ਉੱਚੇ ਤੋਂ ਉੱਚਾ ਪ੍ਰਮਾਤਮਾ ਦਾ ਨਾਮ ਹੈ। ਉਹ ਨਾਮੀ ਜਿਹੜਾ ਹੈ ਉਹਦੇ ਨਾਲੋਂ ਵੀ ਨਾਮ ਉਹਦਾ ਪਰਬਲ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਨਾਮ ਜਪਣ ਵਾਸਤੇ ਕਿਹਾ ਹੈ ਕਿ ਗੁਰੂ ਕੇ ਸਿੱਖੋ, ਜਦੋਂ ਨਾਮ ਜਪੋਗੇ ਤੇ ਉਹ ਨਾਮੀ ਪ੍ਰਭੂ ਜਿਸ ਦਾ ਉਹ ਨਾਮ ਹੈ ਉਹ ਸੁਣੇਗਾ, ਬੋਲਾ ਥੋੜੀ ਆ, ਉਹ ਤਾਂ ਸੁਣੇਗਾ। ਭਗਤ ਜੀ ਨੇ ਕਿਹਾ ਜੇ ਇੱਕ ਦਿਨ ਨਹੀਂ ਨਾ ਸੁਣਿਆ ਤੇ ਤੂੰ ਘਬਰਾ ਗਿਆ। ਕਹਿੰਦੇ ਅਸੀਂ ਜੀ ਸਾਨੂੰ ਮਹੀਨਾ ਹੋ ਗਿਆ ਨਿਤਨੇਮ ਕਰਦਿਆਂ ਨੂੰ, ਹਲੇ ਵੀ ਸਾਡੀ ਆਸ ਨਹੀਂ ਪੂਰੀ ਹੁੰਦੀ, ਮਨ ਨਹੀਂ ਲੱਗਦਾ, ਸਾਡਾ ਹਲੇ ਚਿੱਤ ਨਹੀਂ ਟਿਕਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਜ਼ਿੰਦਗੀ ਪਰ ਭਗਤੀ ਕਰਨ ਵਾਲੇ ਗੁਰੂ ਕੇ ਭਗਤ ਜਿਹੜੇ ਹੈ, ਪ੍ਰਮਾਤਮਾ ਦੇ ਭਗਤ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹਿ ਕ ਸੁਣੈ ਪੁਕਾਰ। ਕਦੇ ਤੇ ਸੁਣੇਗਾ ਨਾ, ਉਹ ਤਾਂ ਦਿਆਲੂ ਹੈ, ਜ਼ਰੂਰ ਸੁਣੇਗਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਉਸ ਉੱਚੇ ਪ੍ਰਭੂ ਦੇ ਜਿਹੜਾ ਮਾਲਕ ਹੈ ਉਹਦੇ ਨਾਮ ਨੂੰ ਹਮੇਸ਼ਾ ਵਾਸਤੇ ਗਾਉਣਾ ਚਾਹੀਦਾ। ਜਪਿਓ ਸਾਰੇ ਗੱਜ ਕੇ ਭਾਈ, ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਬੋਲੋ ਭਾਈ, ਵਾਹਿਗੁਰੂ 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 ਵਾਹਿਗੁਰੂ। ਜਿਹਦੇ ਗੁਣਾਂ ਦਾ ਨਿਰਣਾ ਨਹੀਂ ਹੋ ਸਕਦਾ, ਉਸ ਉੱਚੇ ਪ੍ਰਭੂ ਮਾਲਕ ਦਾ ਨਾਮ ਜਪਣਾ ਚਾਹੀਦਾ ਹੈ। ਇੱਕੋ ਇੱਕ ਇਹ ਸਾਧਨ ਹੈ ਉਹਦੇ ਮਿਲਾਪ ਵਾਸਤੇ। ਨਾਨਕ ਕੀ ਬੇਨੰਤੀਆ। ਇਹ ਗੁਰਸਿੱਖ ਦੀ ਸਤਿਗੁਰੂ ਜੀ ਇਹ ਦੋਨੇ ਹੱਥ ਜੋੜ ਕੇ ਬੇਨਤੀ ਹੈ। ਮਿਲਨ ਥਾਵੇ ਥਾਓ। ਮਹਾਰਾਜ ਜੀ ਆਪ ਜੀ ਦਾ ਹੀ ਦਰ ਹੈ ਜਿੱਥੇ ਨਥਾਵਿਆਂ ਨੂੰ ਥਾਂ ਮਿਲ ਸਕਦਾ ਹੈ। ਸੰਤ ਦੂਸਰ ਨਾਹੀ ਠਾਓ। ਹੁਣ ਛੰਦ ਦੇ ਵਿੱਚ ਮਹਾਰਾਜ ਜੀ ਫਰਮਾਉਂਦੇ ਹਨ, ਗੁਰਸਿੱਖ ਇਹ ਬੇਨਤੀ ਕਰਦਾ ਹੈ, ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਹੋਰ ਕੋਈ ਦੂਸਰਾ ਥਾਂ ਨਹੀਂ, ਤੂੰ ਮੜੀਆਂ ਤੇ ਤੁਰਿਆ ਫਿਰੇ, ਮਸਾਣੀਆਂ ਤੇ ਤੁਰਿਆ ਫਿਰੇ, ਕੱਚੇ ਪਿੱਲੇ ਜਿਹੜੇ ਦੇਹ ਧਾਰੀ ਬਣ ਬਣ ਕੇ ਬੈਠਦੇ ਨੇ ਉਹਨਾਂ ਕੋਲ ਤੁਰਿਆ ਫਿਰੇ, ਇਹ ਕੋਈ ਥਾਂ ਨਹੀਂ ਹੈ, ਦੂਜਾ ਕੋਈ ਥਾਂ ਨਹੀਂ ਹੈ। ਕਾ ਪਹਿ ਜਾਈਐ। ਜਿੱਥੇ ਜਾਣਾ ਕਰੀਏ ਕਿ ਜੇ ਇੱਥੇ ਗੁਰਦੁਆਰੇ ਨਹੀਂ ਗਏ ਤੇ ਫਲਾਣੇ ਥਾਂ ਚਲੇ ਜਾਈਏ, ਨਹੀਂ ਭਾਈ, ਇੱਕੋ ਇੱਕ ਪ੍ਰਮਾਤਮਾ ਹੈ ਵਾਹਿਗੁਰੂ ਆਪ ਜੀ ਦਾ ਹੀ ਦਰ ਹੈ ਜਿਹਦੇ ਤੋਂ ਸਾਰੀਆਂ ਦਾਤਾਂ ਪ੍ਰਾਪਤ ਹੋ ਸਕਦੀਆਂ ਹਨ। ਹੋਰ ਕੋਈ ਦੂਜਾ ਥਾਂ ਨਹੀਂ ਜਿੱਥੇ ਜਾ ਕੇ ਸਾਨੂੰ ਆਸਰਾ ਮਿਲ ਸਕਦਾ ਹੈ। ਆਠ ਪਹਿਰ ਕਰ ਜੋੜ। ਹਜੂਰ ਫਰਮਾਉਂਦੇ ਹਨ, ਤਿਆਗ ਸੁਆਮੀ ਕੋ
ਤਿਆਗ ਸੁਆਮੀ ਆਨ ਕੋ ਚਿਤਵਤ। ਮੂੜ ਕਹਿੰਦੇ ਭਾਈ ਮੂੜ ਮੁਗਧ ਖਾਲ ਖਰ ਤੇ। ਤਿਆਗ ਸੁਆਮੀ ਆਨ ਕੋ ਚਿਤਵਤ ਕਹਿੰਦੇ ਆਪਣੇ ਮਾਲਕ ਨੂੰ ਛੱਡ ਕੇ ਜਿਹੜੇ ਹੋਰਨਾਂ ਨੂੰ ਚੇਤੇ ਕਰਦੇ ਫਿਰਦੇ ਆ, ਚਿੱਤ ਦੇ ਵਿੱਚ ਸਿਮਰਨ ਕਰਦੇ ਫਿਰਦੇ, ਕੋਈ ਭੈਰੋਂ ਦਾ ਕੋਈ ਗੁੱਗੇ ਦਾ, ਮਾਰੇ ਕਹਿੰਦੇ ਉਹ ਸਿੱਖ ਨੇ। ਕਹਿੰਦੇ ਭਾਈ ਨਾਮ ਧੀਰੀ ਸਿੱਖ ਤੇ ਹੈ, ਪਰ ਹੈ ਕਿ ਮੂੜ ਮੁਗਧ। ਕਹਿੰਦੇ ਉਹ ਜਮਾਂ ਹੀ ਮੂਰਖ ਹੈ। ਖਾਲ ਖਰ ਤੇ ਕਹਿੰਦੇ ਖਲ ਖਰ ਤੇ ਕਹਿੰਦੇ ਉਹ ਐਡੇ ਮੂਰਖਾਂ ਦੇ ਮੂਰਖ ਹੈ ਕਿ ਖੋਤਿਆਂ ਤੋਂ ਵੀ ਉੱਪਰ ਨੇ, ਗਧਿਆਂ ਤੋਂ ਉੱਪਰ ਨੇ। ਕਿਵੇਂ ਸਮਝਾਉਣ ਭਾਈ ਹੋਰ? ਇਸ ਵਾਸਤੇ ਮਹਾਰਾਜ ਨੇ ਫਿਰ ਇਹਦੇ ਤੇ ਮੋਹਰ ਲਾਈ। ਕਹਿੰਦੇ ਫਿਰ ਵੀ ਐਡੇ ਢੀਠ ਨੇ। ਕਾਗਰ ਨਾਵ ਲੰਘਾ ਕਤ ਸਾਗਰ ਬਿਰਥਾ ਕਤਥ ਹਮ ਤਰਤੇ। ਫਿਰ ਵੀ ਕਹਿੰਦੇ ਅਸੀਂ ਤਰ ਜਾਣਾ ਹੈ। ਕਹਿੰਦੇ ਸੋਚ ਕੇ ਵੇਖੋ ਕਿ ਕਾਗਜ਼ਾਂ ਦੀ ਬੇੜੀ 'ਚ ਸਮੁੰਦਰ ਦੇ ਵਿੱਚ ਠਿੱਲ ਕੇ ਕਾਗਜ਼ਾਂ ਦੀ ਬੇੜੀ ਉੱਤੇ ਬੈਠ ਕੇ ਤਰ ਜਾਏਗਾ। ਕਹਿੰਦੇ ਕਿਉਂ ਝੂਠ ਬੋਲਦੇ ਆ ਕਿ ਗੁੱਗਿਆਂ ਨੂੰ ਪੂਜ ਕੇ ਤਰ ਜਾਵਾਂਗੇ, ਮੜੀਆਂ ਤੇ ਜਾ ਕੇ ਤਰ ਜਾਵਾਂਗੇ। ਕਹਿੰਦੇ ਨਹੀਂ ਭਾਈ, ਹੋਰ ਕੋਈ ਥਾਂ ਹੀ ਨਹੀਂ ਹੈ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਆਪ ਜੀ ਵਰਗਾ ਕਤਵਾ ਆਸਰਾ ਮਿਲ ਸਕੇ। ਸੋ ਪ੍ਰਭ ਧਿਆਈਆ। 8 ਪਹਿਰ ਕਰ ਜੋੜ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਸਾਨੂੰ ਕੀ ਕਰਨਾ ਚਾਹੀਦਾ? ਮਹਾਰਾਜ ਕਹਿੰਦੇ ਭਾਈ 8 ਪਹਿਰ ਇੱਕ ਤੈ ਲਿਵੈ ਮੰਨੇ ਨ ਹੁਕਮ ਅਪਾਰ। 8 ਪਹਿਰ ਮਤ ਤੇ ਬੁੱਧ, ਬਲਕਿ ਦੋਨੇ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਆਰਾਧਨਾ ਕਰੇ। ਧਿਆਏ ਸੋ ਪ੍ਰਭ ਸਦਾ ਆਪਣਾ। ਇਹ ਮੋਹਰ ਲਾਉਂਦੇ ਹਨ। ਧਿਆਉਣਾ ਕਿਹਨੂੰ ਹੈ? ਆਰਾਧਨਾ ਕਿਹਨੂੰ ਕਰਨੀ ਹੈ? ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਸ ਪ੍ਰਭੂ ਮਾਲਕ ਨੂੰ ਜਿਹਨੇ ਸਾਨੂੰ ਧੁਰ ਕੀ ਬਾਣੀ ਬਖਸ਼ਿਸ਼ ਕੀਤੀ ਹੈ ਤੇ ਆਵਾਜ਼ਾਂ ਮਾਰ ਕੇ ਸਾਨੂੰ ਇਸ ਬਾਣੀ ਦੇ ਲੜ ਲਾ ਦਿੱਤਾ। ਆਵਹੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ। ਸਿਰ ਬਾਣੀ ਸ਼੍ਰੋਮਣੀ ਬਾਣੀ ਹੈ ਭਾਈ, ਇਸੇ ਨੂੰ ਹੀ ਗਾਉਣਾ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀ ਦੇ ਵਿੱਚ ਆਪ ਦੇ ਨਾਮ ਨੂੰ ਧਿਆਉਣਾ। ਕਿਹਨੂੰ? ਧਿਆਏ ਸੋ ਪ੍ਰਭ, ਧਿਆਏ ਸੋ ਪ੍ਰਭ ਸਦਾ ਆਪਣਾ। ਉਸ ਆਪਣੇ ਪ੍ਰਭੂ ਮਾਲਕ ਨੂੰ ਹਮੇਸ਼ਾ ਵਾਸਤੇ ਆਰਾਧਨਾ ਚਾਹੀਦਾ ਹੈ, ਯਾਦ ਕਰਨਾ ਚਾਹੀਦਾ ਹੈ। ਮਨ ਹੈ ਚਿੰਦਿਆ ਪਾਈਆ। ਸੋ ਫਿਰ ਕੀ ਹੋਵੇਗਾ? ਕਹਿੰਦੇ ਜੋ ਮਨ ਦੀਆਂ ਇੱਛਾਵਾਂ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨ। ਮਹਾਰਾਜ ਕਿਰਪਾ ਕਰਨਗੇ। ਸੋ ਇਸ ਵਾਸਤੇ ਐਸੇ ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ ਜਿਹਦੇ ਨਾਲ ਸਾਰੀਆਂ ਇੱਛਾਂ ਹੀ ਪੂਰੀਆਂ ਹੋ ਜਾਂਦੀਆਂ ਹਨ। ਤਜ ਮਾਨ ਮੋਹ ਵਿਕਾਰ ਦੂਜਾ। ਕਹਿੰਦੇ ਭਾਈ ਮਾਨ ਤੇ ਮੋਹ ਛੱਡ ਦੇ। ਤਜ ਇਹਨੂੰ ਛੱਡਣਾ ਕਰ, ਔਖਾ ਕੰਮ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲਾ ਸ਼ਬਦ ਆਉਂਦਾ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਗੌੜੀ ਰਾਗ ਦੇ ਵਿੱਚ, ਸਤਿਗੁਰੂ ਜੀ ਉਹਦੇ ਵਿੱਚ ਇਹ ਕਿਰਪਾ ਕਰਦੇ ਨੇ। ਕਹਿੰਦੇ ਕੰਮ ਸੌਖਾ ਨਹੀਂ, ਗੱਲਾਂ ਕਰਨੀਆਂ ਸੌਖੀਆਂ ਨੇ, ਪਰ ਇਹ ਖੇਲ ਖੇਲਣਾ ਪੈਣਾ ਹੈ। ਜਿਹੜਾ ਖੇਲ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤਾ ਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਇਹ ਛੋਟੀਆਂ ਖੇਲਾਂ ਨਹੀਂ, ਇਹ ਕੋਈ ਗਰਾਊਂਡ ਦੀ ਖੇਲ ਨਹੀਂ ਹੈ ਭਾਈ। ਇਹ ਤਾਂ ਦੁਨੀਆ ਦੀ ਖੇਡ ਹੈ, ਮਨੁੱਖਤਾ ਦੀ ਖੇਡ ਹੈ, ਆਤਮਾ ਦੀ ਖੇਡ ਹੈ, ਪਰਮਾਤਮਾ ਨਾਲ ਖੇਡ ਪਈ ਹੈ। ਤੇ ਇਹਨੂੰ ਭਗਤੀ ਕਰਦਿਆਂ ਜਦੋਂ ਇਸ ਖੇਲ ਨੂੰ ਭਗਤ ਕਬੀਰ ਜੀ ਨੇ, ਬਾਬਾ ਫਰੀਦ ਜੀ ਨੇ ਇਸ ਖੇਲ ਦਾ ਨਜ਼ਾਰਾ ਦੇਖਿਆ ਨਾ, ਤੇ ਉਹਨਾਂ ਨੇ ਕਿਹਾ ਜੋ ਤੋ ਪ੍ਰੀਤ ਪ੍ਰਮ ਕੀ ਸੀਸ ਕਾਟ ਕਰ ਗੋਏ। ਕਹਿੰਦੇ ਜੇ ਤੇਰੀ ਖੇਲ ਪੈ ਗਈ ਨਾ ਪਰਮਾਤਮਾ ਦੇ ਨਾਲ, ਤੇ ਸੀਸ ਵੀ ਕਟਾਉਣਾ ਪੈ ਜਾਵੇ ਫਿਰ ਵੀ ਪਰਵਾਹ ਨਾ ਕਰੀ। ਕਿਹਾ ਕਿਹਨੇ ਸੀ ਪਹਿਲਾਂ? ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਕਹਿੰਦੇ ਖੇਲ ਔਖੀ ਹੈ, ਸੌਖੀ ਨਹੀਂ ਹੈ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਿਹੜਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਨਾ ਕਿ ਮਾਣ ਤੇ ਮੋਹ ਨੂੰ ਤਜ ਦੇ ਛੱਡ ਦੇ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਰਬਾਨਾ, ਜਨ ਨਾਨਕ ਇਹੋ ਖੇਲ ਕਠਨ ਹੈ, ਕਿਹਨੂੰ ਗੁਰਮੁਖ ਜਾਨਾ। ਕਹਿੰਦੇ ਖੇਲ ਕਠਨ ਹੈ, ਸੌਖਾ ਤੇ ਹੈ ਨਹੀਂ, ਪਰ ਭਾਈ ਗੁਰਸਿੱਖ ਬਣਨ ਵਾਸਤੇ ਤਾਂਝੇ ਕਿਹਾ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀਅਤ ਭੀੜੀ, ਉੱਥੇ ਟਿਕੈ ਨਾ ਪੁਣਹਣਾ ਚੱਲ ਨਾ ਸਕਾ ਉੱਪਰ ਕੀੜੀ। ਭਾਈ ਗੁਰਦਾਸ ਜੀ ਨੇ ਐਵੇਂ ਥੋੜ੍ਹਾ ਕਿਹਾ। ਸੋ ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ। ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਨ ਦਾ ਤਰੀਕਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੈ। ਤਜ ਮਾਨ ਮੋਹ ਵਿਕਾਰ ਦੂਜਾ, ਕਹਿੰਦੇ ਦੁਬਦਾ ਛੱਡ ਦੇ, ਵਿਕਾਰ ਛੱਡ ਦੇ, ਮਨ ਵਿੱਚੋਂ ਅਭਿਮਾਨ ਕੱਢ ਦੇ, ਇਹ ਸਾਰੀਆਂ ਚੀਜ਼ਾਂ ਨੂੰ ਤਜ ਦੇ, ਤਿਆਗ ਦੇ। ਏਕ ਸਿਓ ਲਿਵ ਲਾਈਐ, ਇੱਕੋ ਇੱਕ ਪ੍ਰਮਾਤਮਾ ਦੇ ਨਾਮ ਦੇ ਨਾਲ ਚਿੱਤ ਜੋੜ ਲਾ। ਅਰਪ ਮਨ ਤਨ ਪ੍ਰਭੂ ਆਗੈ, ਭਾਈ ਆਪਣਾ ਮਨ ਵੀ ਤਨ ਵੀ ਪ੍ਰਭੂ ਪ੍ਰਮਾਤਮਾ ਦੇ ਅੱਗੇ ਅਰਪਣ ਕਰ ਦੇ। ਆਪ ਸਗਲ ਮਿਟਾਈਐ, ਜੋ ਆਪਣੇ ਅੰਦਰ ਹਉ ਹੰਗਤਾ ਹੈ ਨਾ, ਮੈਂ ਵੀ ਕੁਛ ਹਾਂ, ਹਉ ਮੈਂ ਵਿੱਚੋਂ ਖੋਵੈ, ਦੂਜਾ ਮੇਟਾ ਇੱਕੋ ਹੋਵੈ। ਆਪਣਾ ਆਪ ਤਿਆਗ ਦੇ, ਤੇ ਆਪਣਾ ਆਪ ਤਿਆਗ ਕੇ ਜਮਾਂ ਹੀ ਸਗਲੀ ਸਾਰਾ ਆਪਣੀ ਹਉ ਹੰਗਤਾ ਮਿਟਾ ਦੇ, ਸਤਿਗੁਰੂ ਦੇ ਚਰਨਾਂ ਵਿੱਚ ਨਿਸ਼ਾਵਰ ਕਰ ਦੇ। ਧਨਵੰਤ ਨਾਨਕ ਧਾਰ ਕਿਰਪਾ, ਤੇ ਫਿਰ ਅਰਦਾਸ ਕਰਨੀ, ਮਾਨ ਛੱਡ ਕੇ, ਮੋਹ ਛੱਡ ਕੇ, ਹਉਮੈ ਛੱਡ ਕੇ, ਮੇਰ ਤੇਰ ਛੱਡ ਕੇ, ਤੇ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਨੀ। ਇਹ ਨਹੀਂ ਕਹਿਣਾ ਕਿ ਮੈਂ ਬੜਾ ਵੱਡਾ ਤਿਆਗੀ ਹਾਂ। ਸਤਿਗੁਰੂ ਦੇ ਚਰਨਾਂ 'ਚ ਅਰਦਾਸ ਇਹੀ ਕਰਨੀ ਹੈ, ਬਰਮੰਤ ਨਾਨਕ ਧਾਰ ਕਿਰਪਾ। ਸਤਿਗੁਰੂ ਜੀ ਆਪ ਕਿਰਪਾ ਕਰਕੇ ਸਾਡੇ ਤੇ ਰਹਿਮਤ ਕਰੋ ਜੀ। ਸਾਚ ਨਾਮ ਸਮਾਈਐ, ਸਾਡੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚੇ ਨਾਮ ਦੇ ਵਿੱਚ ਲਿਵ ਜੁੜ ਜਾਏ, ਉਹਦੇ ਵਿੱਚ ਅਭੇਦ ਹੋ ਜਾਈਏ। ਸ਼ਲੋਕ ਰੇ ਮਨ ਤਾ ਕਉ ਧਿਆਈਐ, ਅਗਲੇ ਸ਼ਲੋਕ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਨੇ, ਹਰੇ ਮਨਾ ਉਸ ਪ੍ਰਭੂ ਨੂੰ ਧਿਆਉਣਾ ਕਰ। ਸਭ ਬਿਦ ਜਾ ਕੇ ਹਾਥ, ਜਿਹਦੇ ਹੱਥ ਵਿੱਚ ਸਭ ਕੁਝ ਹੈ। ਇੱਕ ਕੁਛ ਨਹੀਂ, ਕੋਈ ਇੱਕ ਸੁੱਖ ਦੇ ਦੂ, ਦੋ ਸੁੱਖ ਦੇ ਦੂ, ਤਿੰਨ ਦੇ ਦੂ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਐਸਾ ਇੱਕ ਘਰ ਹੈ, ਐਸਾ ਖਜ਼ਾਨਾ ਹੈ ਜਿੱਥੋਂ ਸਭ ਕੁਝ ਹੀ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਹੀ ਮਨਾ ਉਸ ਪ੍ਰਭੂ ਨੂੰ ਧਿਆਉਣਾ ਕਰ, ਜਿਹਦੇ ਹੱਥ ਵਿੱਚ ਸਾਰੀਆਂ ਸ਼ਕਤੀਆਂ ਹਨ। ਰਾਮ ਨਾਮ ਧਨ ਸੰਚੀਐ, ਜਿਹਦੇ ਵਿੱਚੋਂ ਪ੍ਰਮਾਤਮਾ ਦੇ ਨਾਮ ਦੇ ਧਨ ਨੂੰ ਵੀ ਇਕੱਤਰ ਕੀਤਾ ਜਾ ਸਕਦਾ। ਦੁਨਿਆਵੀ ਧਨ ਤਾਂ ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਕਹਿੰਦੇ ਇੱਕ ਤਾਂ ਇਹ ਧਨ ਹੈ ਨਾ, ਤੇ ਦੂਜਾ ਧਨ ਵੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਗਿਆਨੀਆਂ ਦਾ ਧਨ ਹੈ ਉਹ ਪ੍ਰਮਾਤਮਾ ਦਾ ਨਾਮ ਹੈ। ਉਹ ਹਮੇਸ਼ਾ ਹੀ ਹਮੇਸ਼ਾ ਵਾਸਤੇ ਨਾਲ ਸਮਾਇਆ ਰਹਿੰਦਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਭਾਈ ਉਹਦੇ ਦਰ ਦੇ ਉੱਪਰੋਂ ਪ੍ਰਮਾਤਮਾ ਦੇ ਨਾਮ ਦਾ ਧਨ ਇਕੱਤਰ ਕੀਤਾ ਜਾ ਸਕਦਾ, ਸੰਚਿਆ ਜਾ ਸਕਦਾ ਹੈ। ਨਾਨਕ ਨਿਭੈ ਸਾਥ, ਕਹਿੰਦੇ ਹਾਂ ਇਹ ਧਨ ਜਿਹੜਾ ਨਾ ਇਹ ਸਾਡੇ ਸਾਥ ਜਾਏਗਾ, ਦੂਜਾ ਧਨ ਸਾਥ ਜਾਣਾ ਨਹੀਂ, ਉਹ ਤੇ ਇੱਥੇ ਰਹਿ ਜਾਣਾ ਹੈ। ਪਰ ਪ੍ਰਮਾਤਮਾ ਦੇ ਨਾਮ ਦਾ ਧਨ ਸਾਡਾ ਹਰ ਜਗ੍ਹਾ ਤੇ ਸਾਡਾ ਸਾਥੀ ਬਣੇਗਾ, ਸਾਡਾ ਸਾਥ ਨਿਭਾਵੇਗਾ। ਸੰਤ ਸਾਥੀੜਾ ਪ੍ਰਭ ਏਕ, ਹਜ਼ੂਰ ਫਰਮਾਉਂਦੇ ਹਨ ਕਿ ਭਾਈ ਇੱਕੋ ਇੱਕ ਨਾਲ ਜਿਹੜਾ ਸੱਚਾ ਸਾਥੀ ਹੈ ਨਾ, ਉਹ ਪ੍ਰਮਾਤਮਾ ਦਾ ਨਾਮ ਹੈ। ਉਹਦੇ ਬਾਰੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਸਾਥੀ ਜਿਹੜਾ ਸੱਚਾ ਇੱਕੋ ਇੱਕ ਪ੍ਰਭੂ ਹੈ। ਦੂਸਰ ਨਾਹੇ ਕੋਏ, ਦੂਸਰ ਤਾਂ ਸੰਸਾਰ ਦੇ ਉਮਰਾਂ ਤੱਕ ਨੇ, ਇੱਥੋਂ ਦੇ ਸਫ਼ਰ ਤੱਕ ਦੇ ਸਾਥੀ ਨੇ, ਉਹ ਗਾਂ ਨਿਵਲ ਵਾਲੇ ਨਹੀਂ ਹਨ। ਥਾਨ ਤਨੰਤਰ ਆਪ, ਆਪ ਮਹਾਰਾਜ ਥਾਨ ਵਿੱਚ ਵੀ, ਦੇਸ਼ਾਂ ਵਿਦੇਸ਼ਾਂ ਵਿੱਚ ਵੀ, ਆਪ ਸਾਰੇ ਥਾਵਾਂ ਤੇ। ਜਲ ਥਲ ਪੂਰ ਸੋਏ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੁਤੇ ਪ੍ਰਕਾਸ਼ ਹੋ। ਆਪ ਥਲਾਂ ਵਿੱਚ, ਸਮੁੰਦਰਾਂ ਵਿੱਚ, ਜਲਾਂ ਵਿੱਚ, ਆਕਾਸ਼ ਵਿੱਚ, ਸਾਰੇ ਥਾਵਾਂ ਤੇ ਮਹਾਰਾਜ ਆਪ ਪਰਿਪੂਰਨ ਵਿਆਪਕ ਹੋ। ਜਲ ਥਲ ਮਹੀਲ ਪੂਰ ਰਹਿਆ, ਹਜ਼ੂਰ ਕਹਿੰਦੇ ਕੌਣ ਹੈ ਜਿਹੜਾ ਜਲਾਂ ਥਲਾਂ ਦੇ ਵਿੱਚ ਭਾਈ, ਸਮੁੰਦਰਾਂ ਵਿੱਚ, ਪਹਾੜਾਂ ਵਿੱਚ, ਅਸਮਾਨ ਵਿੱਚ, ਧਰਤੀ ਵਿੱਚ, ਜਿਹੜਾ ਸਾਰੀ ਥਾਵਾਂ ਤੇ ਪਰਿਪੂਰਨ ਹੈ। ਸਰਬ ਦਾਤਾ ਪ੍ਰਭ ਧਨੀ, ਉਹ ਕਹਿੰਦੇ ਭਾਈ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਸਰਬ ਦਾ ਧਨੀ ਹੈ।
ਉਹਦੇ ਕੋਲੇ ਸਾਰੀਆਂ ਸ਼ਕਤੀਆਂ ਹਨ। ਇਹ ਨਹੀਂ ਕਿ ਇੱਕ ਨੂੰ ਦਾਤ ਦੇਤੀ ਦੂਜੇ ਵਾਸਤੇ ਖਤਮ ਹੋ ਜਾਵੇਗੀ, ਘਾਟਾ ਪੈ ਜਾਵੇਗਾ, ਕਮੀ ਪੈ ਜਾਵੇਗੀ। ਨਹੀਂ ਭਾਈ, ਉਹ ਪਰਮਾਤਮਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਗੋਪਾਲ ਗੋਬਿੰਦ ਅੰਤ ਨਾਹੀ। ਕਿਉਂਕਿ ਜਿਹੜਾ ਗੋਪਾਲ ਸਾਰੀ ਪ੍ਰਥਵੀ ਦੀ ਪਾਲਣਾ ਕਰਦਾ ਹੈ, ਤੇ ਜਿਹੜਾ ਗੋਬਿੰਦ ਹੈ ਅਗਿਆਨ ਦੇ ਗਾੜੇ ਅੰਧੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲਾ ਹੈ, ਜਿਹੜਾ ਅਗਿਆਨ ਦਾ ਅੰਧੇਰ ਚੱਕ ਦੇਣ ਵਾਲਾ ਹੈ, ਉਹ ਐਸਾ ਪ੍ਰਭੂ ਹੈ ਆਪ। ਬੇਅੰਤ ਗੁਣ ਤਾਕੇ ਕਿਆ ਗਨੀ। ਹਜੂਰ, ਇਹ ਤੇ ਗੁਣ ਦੱਸੇ ਜਾ ਸਕਦੇ ਜਿਨ੍ਹਾਂ ਦਾ ਸਾਨੂੰ ਪਤਾ, ਜਿਹੜੇ ਵਾਪਰ ਰਹੇ ਨੇ, ਪਰ ਬੇਅੰਤ ਗੁਣ ਗੁਪਤ ਨੇ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ। ਜਿੱਥੇ ਤੱਕ ਸਾਡੀ ਸਰਬਗਤਾ ਨਹੀਂ ਪਹੁੰਚਦੀ, ਸਾਡਾ ਗਿਆਨ ਨਹੀਂ ਮਨੁੱਖਤਾ ਦਾ ਪਹੁੰਚਦਾ, ਮਹਾਰਾਜ ਉਹ ਬੇਅੰਤੀ ਗੁਣ ਹਨ ਆਪ ਵਿੱਚ। ਉਹਨਾਂ ਦਾ ਅਸੀਂ ਕਿਵੇਂ ਗਿਣਤੀ ਕਰਕੇ ਦੱਸੀਏ ਤੇਰੇ ਵਿੱਚ ਕਿੰਨੇ ਗੁਣ ਹਨ। ਭਜ ਸਰਨ ਸੁਆਮੀ ਸੁਖ ਹੈ ਗਾਮੀ। ਬਸ ਇੱਕੋ ਇੱਕ ਹੀ ਆਸਰਾ ਰੱਖੋ, ਭਜ ਸਰਨ ਸੁਆਮੀ, ਕਿ ਜਿੰਨਾ ਜਲਦੀ ਹੋ ਸਕੇ ਭੱਜ ਕੇ ਗੁਰੂ ਕੀ ਸ਼ਰਨ ਪੈ ਜਾਓ। ਇੱਕ ਤੇ ਇਹ ਅਰਥ ਹੈ। ਦੂਜਾ ਭਜ ਸ਼ਰਨ, ਸ਼ਰਨ ਵਿੱਚ ਜਾ ਕੇ ਉਹਦਾ ਭਜਨ ਕਰਨਾ ਕਰ, ਜਿਹੜਾ ਸਾਰਿਆਂ ਸੁੱਖਾਂ ਨੂੰ ਦੇਣ ਵਾਲਾ ਹੈ। ਇਸ ਬਿਨਾ ਨਾਹੇ ਕੋਏ। ਉਹਦੇ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਹੈ ਭਾਈ। ਧਨਵੰਤ ਨਾਨਕ ਦਇਆ ਧਾਰ ਹੋ। ਫਿਰ ਅਰਦਾਸ ਕਰੀਏ, ਮਹਾਰਾਜ ਸੱਚੇ ਪਾਤਸ਼ਾਹ ਜੀ, ਤੇਰੀ ਸ਼ਰਨ ਵਿੱਚ ਆ ਕੇ ਵੀ ਨਾਮ ਜਪ ਕੇ, ਕਾਮ ਕ੍ਰੋਧ ਨੂੰ ਛੱਡ ਕੇ, ਮੇਰ ਤੇਰ ਦਾ ਤਿਆਗ ਕਰਕੇ, ਫਿਰ ਵੀ ਤੇਰੇ ਚਰਨਾਂ ਵਿੱਚ ਅਰਦਾਸ ਇਸੇ ਤਰ੍ਹਾਂ ਹੀ ਕਰਨੀ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਵੀ ਭਾਈ ਅਰਦਾਸ ਕਿਵੇਂ ਕਰਨੀ ਹੈ? ਬਿਨਵੰਤ ਨਾਨਕ ਦਇਆ ਧਾਰੋ। ਹੇ ਅਕਾਲ ਪੁਰਖ ਵਾਹਿਗੁਰੂ, ਆਪ ਸਾਡੇ ਤੇ ਮਿਹਰ ਕਰੋ, ਕਿਰਪਾ ਕਰੋ ਜੀ। ਇਸ ਪ੍ਰਾਪਤ ਨਾਮ ਹੋਏ। ਜਿਸ ਕਰਕੇ ਮਹਾਰਾਜ ਸਾਨੂੰ ਤੇਰੇ ਨਾਮ ਦੀ ਪ੍ਰਾਪਤੀ ਹੋ ਜਾਵੇ। ਸ਼ਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ। ਹਜੂਰ ਫਰਮਾਉਂਦੇ ਹਨ, ਹੁਣ ਸ਼ਲੋਕ ਅਗਲਾ ਆਰੰਭ ਕਰਦੇ ਹਨ। ਕਹਿੰਦੇ ਜਦੋਂ ਇੱਥੋਂ ਤੱਕ ਪਹੁੰਚ ਗਿਆ ਨਾ ਤੂੰ, ਤੇ ਫਿਰ ਜਿਹੜੀਆਂ ਤੇਰੀਆਂ ਚਿਤਵਣੀਆਂ ਸਨ ਕਿ ਮੈਨੂੰ ਪ੍ਰਮਾਤਮਾ ਦਾ ਮਿਲਾਪ ਹੋ ਜਾਵੇ, ਮੈਂ ਪ੍ਰਮਾਤਮਾ ਦੀ ਭਉ ਭਗਤੀ ਕਰਾਂ। ਹਜੂਰ ਕਹਿੰਦੇ ਜਦੋਂ ਮੇਰ ਤੇਰ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਤੂੰ ਆ ਕੇ ਬੇਨਤੀਆਂ ਜੋਦੜੀਆਂ ਕੀਤੀਆਂ ਕਿ ਪ੍ਰਭੂ ਮਾਲਕ ਸਾਡੇ ਤੇ ਕਿਰਪਾ ਕਰ, ਤੇ ਫਿਰ ਕਹਿੰਦੇ ਚਿੱਤ ਜੇ ਚਿਤਵਿਆ ਸੋ ਮੈਂ ਪਾਇਆ। ਫਿਰ ਜਿਹੜਾ ਚਿੱਤ ਦੀਆਂ ਚਿਤਵਣੀਆਂ ਸਨ ਕਿ ਮੇਰਾ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਵੇ, ਕਹਿੰਦੇ ਫਿਰ ਉਹ ਤੇਰੀਆਂ ਚਿਤਵੀਆਂ ਪੂਰੀਆਂ ਹੋ ਜਾਂਦੀਆਂ ਹਨ। ਨਾਨਕ ਨਾਮ ਧਿਆਏ ਸੁਖ ਸੁਭਾਇਆ। ਕਹਿੰਦੇ ਭਾਈ ਜਦੋਂ ਪ੍ਰਮਾਤਮਾ ਦਾ ਨਾਮ ਧਿਆਇਆ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਰਾਧਿਆ ਦਰਗਹਿ ਸੱਚ ਖਰੇ। ਕਹਿੰਦੇ ਜਦੋਂ ਪ੍ਰਮਾਤਮਾ ਦੇ ਨਾਮ ਦੀ ਆਰਾਧਨਾ ਕੀਤੀ ਤੇ ਫਿਰ ਸਾਰੇ ਸੁੱਖਾਂ ਦਾ ਖਜ਼ਾਨਾ ਤੈਨੂੰ ਮਿਲ ਗਿਆ। ਸੰਤ ਅਪਮਾਨ ਛੂਟ ਗਿਆ ਸਾਧੂ ਸੰਗ ਮਿਲੇ। ਸੋ ਸੰਤ ਦੁਆਰਾ ਫਿਰ ਕਿਰਪਾ ਕਰਦੇ ਹਨ। ਕਹਿੰਦੇ ਅਪਮਾਨ ਛੂਟ ਗਿਆ, ਜਿਹੜਾ ਸਾਡਾ ਮਨ ਸੀ ਅਬ ਵਿਸ਼ਿਆਂ ਵਿਕਾਰਾਂ ਨੂੰ ਛੱਡ ਗਿਆ, ਨਿੰਦਿਆ ਛੱਡ ਗਿਆ, ਚੁਗਲੀ ਛੱਡ ਗਿਆ, ਤੇਰ ਮੇਰ ਛੱਡ ਗਿਆ। ਕਿਉਂ ਕਿ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਉਹ ਤਾਂ ਦੱਸਿਆ ਕਰਦੇ ਸਨ ਕਿ ਭਾਈ ਇੱਥੇ ਧੰਨ ਗੁਰੂ ਅਰਜਨ ਸਾਹਿਬ ਜੀ ਆਪਣੇ ਬਾਰੇ ਵੀ ਇਹ ਫਰਮਾ ਰਹੇ ਨੇ ਕਿ ਸਾਨੂੰ ਸੰਤ ਬਾਬਾ ਬੁੱਢਾ ਜੀ ਵਰਗੇ ਮਹਾਂਪੁਰਖ ਮਿਲ ਗਏ, ਭਾਈ ਗੁਰਦਾਸ ਜੀ ਵਰਗੇ ਗੁਰਮੁਖ ਪਿਆਰੇ ਮਿਲ ਗਏ। ਕਹਿੰਦੇ ਭਾਈ ਜਦੋਂ ਇਹੋ ਜਿਹੇ ਸਾਨੂੰ ਗੁਰੂ ਕੇ ਸੰਤ ਮਿਲ ਗਏ, ਅੱਜ ਵੀ ਘਾਟਾ ਨਹੀਂ। ਇਹ ਨਹੀਂ ਕਿ ਉਦੋਂ ਦੀ ਗੱਲ ਹੀ ਹੈ। ਜਿਹੜੇ ਨਾਮ ਜਪਣ ਵਾਲੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰਾਏ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ, ਜਿਨ੍ਹਾਂ ਨੂੰ ਅੱਜ ਵੀ ਉਹ ਸੰਤ ਮਿਲ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਕੀ ਹੁੰਦਾ ਹੈ? ਚਿੱਤ ਵਿੱਚ ਚਿੱਤ ਜੇ ਚਿਤਵਿਆ ਸੋ ਮੈਂ ਪਾਇਆ, ਨਾਨਕ ਨਾਮ ਧਿਆਏ ਸੁਖ ਸੁਭਾਇਆ। ਤੇ ਸੰਤ ਦੇ ਵਿੱਚ ਕੀ ਕਹਿੰਦੇ ਨੇ? ਅਬ ਮਨ ਛੂਟ ਗਿਆ। ਜਦੋਂ ਸੰਤਾਂ ਦੀ ਪ੍ਰਾਪਤੀ ਹੋ ਗਈ, ਸੰਤਾਂ ਦੀ ਸੰਗਤ ਹੋ ਗਈ, ਸੰਤਾਂ ਦਾ ਮਿਲਾਪ ਹੋ ਗਿਆ, ਸੰਤਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰ ਲਿਆ ਜੋ ਪ੍ਰਭੂ ਭਗਤੀ ਦਾ ਸੀ, ਜਿਹੜਾ ਸੰਤਾਂ ਦਾ ਉਪਦੇਸ਼ ਸੀ ਖੰਡੇ ਦੇ ਅੰਮ੍ਰਿਤ ਛਕਣ ਵਾਸਤੇ, ਜਿਹੜਾ ਉਪਦੇਸ਼ ਸੀ ਭਉ ਭਗਤੀ ਦਾ, ਜਦੋਂ ਮਨ ਉਸ ਨੂੰ ਮੰਨ ਗਿਆ, ਉਹਨੂੰ ਧਾਰਨ ਕਰ ਲਿਆ, ਤੇ ਫਿਰ ਵਿਸ਼ਿਆਂ ਵਿਕਾਰਾਂ ਨੂੰ ਛੱਡ ਗਿਆ। ਸਾਧੂ ਸੰਗ ਮਿਲੇ। ਸਾਧੂਆਂ ਦੀ ਸੰਗਤ ਮਿਲ ਕੇ, ਜਿਨ੍ਹਾਂ ਨੇ ਆਪ ਜਪਿਆ,
ਤੇ ਸੰਗੀਆਂ ਨੂੰ ਜਿਹੜੇ ਮਲਾਪੀ ਮਿਲੇ ਉਹਨਾਂ ਨੂੰ ਵੀ ਨਾਮ ਜਪਣ ਵਿੱਚ ਲਾ ਲਿਆ। ਸਾਧ ਸੰਗਤ ਜਿਹੜੇ ਗੁਰੂ ਕੇ ਸੰਤ ਹੁੰਦੇ ਹਨ ਉਹਨਾਂ ਵਿੱਚ ਤੇ ਆਪ ਵਿੱਚ ਪ੍ਰਮਾਤਮਾ, ਜਿਉਂ ਕਿ ਉਹਦੇ ਵਿੱਚ ਭੇਦ ਨਹੀਂ ਹੁੰਦਾ ਪ੍ਰਮਾਤਮਾ ਨਾਲੋਂ, ਭਾਵੇਂ ਉਹ ਨਾ ਜਨਾਉਣ, ਆਪਣੇ ਆਪ ਬਾਰੇ ਨਾ ਦੱਸਣ, ਉਹਨਾਂ ਦੇ ਕੋਲ ਬੈਠਿਆਂ ਹੀ ਮਨ ਦੇ ਉੱਪਰ ਪ੍ਰਭਾਵ ਪੈ ਜਾਂਦਾ ਹੈ। ਉਹ ਬਚਨ ਕਰਨ ਵੀ ਗੁਰਮੁਖਾ ਤੂੰ ਹਲੇ ਤੱਕ ਅੰਮ੍ਰਿਤ ਨਹੀਂ ਛਕਿਆ, ਜ਼ਰੂਰਤ ਨਹੀਂ ਪੈਂਦੀ ਵੀ ਕਹਿ ਦਈਏ ਕਿ ਨਹੀਂ ਛਕਿਆ, ਹਲੇ ਨਹੀਂ ਛਕਣਾ। ਅਸੀਂ ਤੇ ਰੋਜ਼ ਕਹਿੰਦੇ ਹਾਂ, ਕੋਈ ਆਖੇ ਲੱਗਦਾ। ਪਰ ਜਿਨ੍ਹਾਂ ਦੇ ਭਾਈ ਪਰਮਾਤਮਾ ਦਾ ਨਾਮ ਜਪਿਆ ਹੁੰਦਾ ਨਾ, ਉਹ ਇੱਕ ਨਦਰ ਕਰਕੇ ਆਪਣੀ ਅੰਮ੍ਰਿਤ ਦ੍ਰਿਸ਼ਟੀ ਪਾ ਦਿੰਦੇ ਨੇ। ਜਦੋਂ ਸਾਰਿਆਂ ਨੂੰ ਕਹਿੰਦੇ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਤੇ ਹਜ਼ਾਰਾਂ ਦੀ ਗਿਣਤੀ 'ਚ ਤਿਆਰ ਹੋ ਜਾਂਦੇ ਨੇ। ਉਹ ਪ੍ਰਭਾਵ ਹੁੰਦਾ, ਉਹ ਪਰਮਾਤਮਾ ਦੀ ਨਾਮ ਬਾਣੀ ਦੀ ਸ਼ਕਤੀ ਹੁੰਦੀ ਉਹਨਾਂ ਦੇ ਵਿੱਚ, ਉਹਨਾਂ ਦੀ ਦ੍ਰਿਸ਼ਟੀ ਵਿੱਚ ਵੀ ਉਹ ਬਰਕਤ ਆ ਜਾਂਦੀ ਹੈ। ਇਸ ਕਰਕੇ ਉਹਨਾਂ ਸਾਧੂਆਂ ਦਾ ਸੰਗ ਕਰਕੇ ਭਾਈ ਆਪਾਂ ਭਾਵ ਮੇੜ ਦਿੱਤਾ, ਗੁਰਮੁਖ ਨਾਮ ਲਇਆ। ਫਿਰ ਕੀ ਹੋਇਆ ਭਾਈ, ਗੁਰਮੁਖਤਾਈ ਧਾਰਨ ਕਰ ਲਈ ਤੇ ਪ੍ਰਮਾਤਮਾ ਦੇ ਨਾਮ ਦੀ ਆਰਾਧਨਾ ਕੀਤੀ। ਜੋਤੀ ਜੋਤ ਰਲੇ। ਤੇ ਫਿਰ ਕਿਵੇਂ ਹੁੰਦਾ ਭਾਈ, ਜੋਤੀ ਜੋਤ ਰਲੇ ਦਾ ਕੀ ਅਰਥ ਹੈ? ਸਾਡੇ ਅੰਦਰ ਵੀ ਜੋਤ ਹੈ ਨਾ, ਤੇ ਪ੍ਰਮਾਤਮਾ ਦੀ ਜੋਤ ਵਿੱਚ ਕਿਵੇਂ ਮਿਲ ਸਕਦੀ? ਜਿਵੇਂ ਘਰ ਦੇ ਵਿੱਚ ਦੀਵਾ ਜਗਦਾ ਨਾ, ਰਾਤ ਨੂੰ ਦੀਵਾ ਜਗਦਾ ਤੇ ਉਹਦਾ ਚਾਨਣ, ਜਦੋਂ ਦਿਨ ਚੜ ਗਿਆ, ਸੂਰਜ ਚੜ੍ਹਿਆ ਆ, ਦੀਵਾ ਹਲੇ ਵੀ ਜਗਦਾ, ਪਰ ਦੀਵੇ ਦਾ ਚਾਨਣ ਸੂਰਜ ਦੇ ਚਾਨਣ ਵਿੱਚ ਭੇਦ ਹੋ ਗਿਆ। ਉਹਨੇ ਆਪਣਾ ਆਪ ਖਤਮ ਕਰ ਦਿੱਤਾ। ਭਾਵੇਂ ਉਹਦੀ ਲੋਟ ਜਗਦੀ ਹੈ, ਲੋ ਦਿੰਦੀ ਹੈ, ਪਰ ਪ੍ਰਕਾਸ਼ ਸੂਰਜ ਦਾ ਹੋ ਗਿਆ, ਉਹਦਾ ਪ੍ਰਕਾਸ਼। ਇਹਨੂੰ ਪਰਤਕ ਚੇਤਨਾ ਕਹਿੰਦੇ ਨੇ, ਪਰਤਕ ਜੋਤ ਕਹਿੰਦੇ ਨੇ ਇਹਨੂੰ। ਇਹ ਪਰਤ ਕੇ ਜੋਤ ਵੱਡੀ ਜੋਤ ਵਿੱਚ ਮਿਲ ਜਾਂਦੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਦਾ ਖੁਲਾਸਾ ਕਰਦਿਆਂ ਹੋਇਆ ਬਚਨ ਕੀਤੇ ਨੇ ਕਿ ਪਰਮਾਤਮਾ ਦੀ ਜਿਹੜੀ ਅੰਦਰ ਦੀ ਜੋਤ ਹੈ, ਪਰਮਾਤਮਾ ਦੀ ਜੋਤ ਵਿੱਚ ਕਿਵੇਂ ਮਿਲਦੀ ਹੈ? ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਕਹਿੰਦੇ ਸੂਰਜ ਦੀ ਕਿਰਨ ਜਦੋਂ ਆਪ ਦੀਵੇ ਦੀਆਂ ਕਿਰਨਾਂ ਵਿੱਚ ਮਿਲੀ, ਉਹ ਆਪਣਾ ਆਪ ਅਭੇਦਤਾ ਪਾ ਗਈ। ਤੇ ਜਦੋਂ ਲਹਿਰ ਇੱਕ ਬੂੰਦ ਸਮੁੰਦਰ ਵਿੱਚ ਮਿਲ ਗਈ, ਉਹ ਆਪਣਾ ਆਪ ਅਭੇਦਤਾ ਪਾ ਕੇ ਸਮੁੰਦਰ ਦਾ ਰੂਪ ਬਣ ਗਈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮੁਖਾਂ ਦਾ ਨਾਮ, ਗੁਰਮੁਖਤਾਈ ਧਾਰ ਕੇ ਨਾਮ ਜਪਣ ਨਾਲ ਫਿਰ ਜੋਤ ਜੋਤੀ ਵਿੱਚ ਰਲ ਜਾਂਦੀ ਹੈ। ਹਰ ਨਾਮ ਸਿਮਰਤ ਮਿਟੇ ਕਿਲ ਬਿਖ। ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਸਾਰੇ ਵੱਡੇ ਤੋਂ ਵੱਡੇ ਚਾਰ ਪ੍ਰਕਾਰ ਦੇ ਸਾਰੇ ਪਾਪ ਖਤਮ ਹੋ ਜਾਂਦੇ, ਮਿਟ ਜਾਂਦੇ ਹਨ। ਬੁਝੀ ਤਪਤ ਅਗਾਨਿਆ। ਸਾਰੀ ਤਪਸ਼ ਜਿਹੜੀ ਅੰਦਰ ਦੀ ਬੁੱਝ ਜਾਂਦੀ ਹੈ ਤੇ ਤ੍ਰਿਪਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਦਿੰਦੇ ਹਨ। ਪੁਜਾ ਲੀਨੇ ਦਇਆ ਕੀਨੇ। ਫਿਰ ਮਹਾਰਾਜ ਨੇ ਸਾਡੀ ਹਾਲਤ ਵੇਖ ਕੇ ਨਾ, ਕਿ ਤੇ ਗਰੀਬ ਨੇ, ਅਣਜਾਣ ਨੇ, ਭੁੱਲੜ ਨੇ, ਇਹ ਤੇ ਵਿਕਾਰੀ ਨੇ, ਇਹ ਸਾਡੇ ਦਰ ਤੇ ਜੋ ਆ ਗਏ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹਨਾਂ ਨੂੰ ਸਾਂਭ ਲਈਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਗਹਿ ਭੁਜਾ ਲੀਨੇ। ਫਿਰ ਸਾਧ ਸੰਗਤ ਸਾਡੀ ਬੁੱਧੀ ਰੂਪ ਭੁਜਾ ਨੂੰ ਫੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦਇਆ ਕਰ ਦਿੰਦੇ ਹਨ। ਆਪਣੇ ਕਰ ਮਾਨਿਆ। ਫਿਰ ਆਪਣੇ ਕਰਕੇ ਮਨਾ ਲੈਂਦੇ ਹਨ ਕਿ ਇਹ ਸਾਡੇ ਗੁਰਸਿੱਖ ਹਨ, ਸਾਡੇ ਨਾਮ ਤਰੀਕ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਪਣੇ ਪਰਿਵਾਰ ਦੇ ਮੰਨ ਲਿਆ। ਸਿੱਧਾ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇ ਹੁਕਮ ਕਰ ਦਿੱਤਾ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਕੋਈ ਇੱਕ ਨਹੀਂ, ਦੋ ਨਹੀਂ, ਸਾਰਿਆਂ ਨੂੰ ਆਪਣੇ ਕਰਕੇ ਮੰਨ ਲਿਆ ਮਹਾਰਾਜ ਨੇ ਕਿ ਤੇ ਸਾਡੇ ਸਿੱਖ ਨੇ। ਜਿਹੜਾ ਸਿੱਖੀ ਧਾਰਨ ਕਵੇ, ਗੁਰੂ ਨੂੰ ਮੰਨ ਲਵੇ, ਤੇ ਗੁਰੂ ਵੀ ਉਹਨੂੰ ਆਪਣੇ ਮੰਨ ਲੈਂਦਾ ਹੈ। ਲੈ ਅੰਕ ਲਾਏ ਹਰ ਮਿਲਾਏ। ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਗਲ ਨਾਲ ਸਾਨੂੰ ਲਾ ਲਿਆ। ਲੈ ਅੰਕ ਲਾਏ ਗਲ ਮਿਲਾਏ, ਮਹਾਰਾਜ ਨੇ ਕਿਰਪਾ ਕਰ ਦਿੱਤੀ। ਸਾਨੂੰ ਆਪਣੇ ਅੰਗਾਂ ਨਾਲ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੇਦਤਾ ਬਖਸ਼ ਦਿੱਤੀ। ਜਨਮ ਮਰਨਾ ਦੁੱਖ ਜਲੇ। ਜਦੋਂ ਇੰਨੀ ਕਿਰਪਾ ਹੋ ਗਈ ਤੇ ਫਿਰ ਮਹਾਰਾਜ ਨੇ ਕਹਿ ਦਿੱਤਾ ਨਾ, ਖਾਲਸਾ ਮੇਰੋ ਰੂਪ ਹੈ ਖਾਸ। ਮਹਾਰਾਜ ਨੇ ਆਪਣਾ ਸਰੂਪ ਦੇ ਦਿੱਤਾ ਨਾ, ਤੇ ਜਿਨ੍ਹਾਂ ਨੇ ਭਾਈ ਖਾਲਸੇ ਦੇ ਗੁਣ ਸਮਝ ਲਏ, ਧਾਰਨ ਕਰ ਲਏ, ਉਹਨਾਂ ਨੂੰ ਅਪਣਾ ਲਿਆ,
ਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਕਹਿੰਦੇ ਨੇ ਜਨਮ ਮਰਨ ਦੇ ਸਾਰੇ ਦੁੱਖ ਜਲ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਜਨਮ ਮਰਨਾ ਮਿਟ ਜਾਂਦਾ ਹੈ। ਬਿਨਵੰਤ ਨਾਨਕ ਦਇਆ ਤੁਹਾਰੀ। ਸਤਿਗੁਰੂ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਬਦ ਦੀ ਸੰਪੂਰਨਤਾ ਕਰਦੇ ਫਰਮਾ ਰਹੇ ਨੇ। ਇਹ ਤੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਸਾਡੇ ਤੇ ਮਿਹਰ ਕੀਤੀ ਹੈ। ਮੇਲ ਲੀਨੇ ਇੱਕ ਪਲੇ। ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਜਨਮਾਂ ਜਨਮਾਂਤਰਾਂ ਤੋਂ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰੰਗਾ ਭੌਂਦੇ ਆਏ ਨਾ, ਸਦੀਆਂ ਬੀਤ ਗਈਆਂ। ਤੇ ਜਦੋਂ ਸੰਗਤ ਵਿੱਚ ਆਏ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨਦਰ ਵਿੱਚ ਪਾਸ ਹੋ ਗਏ ਤੇ ਉਹਨੇ ਨਦਰੀ ਨਦਰ ਨਿਹਾਲ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਦੀ ਐਸੀ ਕਿਰਪਾ ਹੋਈ, ਫਿਰ ਪਲਾਂ ਦੇ ਵਿੱਚ ਦੀ ਸਾਨੂੰ ਆਪਣੇ ਬਣਾ ਕੇ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੇ ਦੁੱਖ ਹੀ ਦੂਰ ਕਰ ਦਿੱਤੇ। ਸਤਿਗੁਰੂ ਜੀ ਨੇ ਬਖਸ਼ੀਆਂ ਕੀਤੀਆਂ ਹਨ। ਸਾਧ ਸੰਗਤ ਜੀ, ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਹਨ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਲੈਣ, ਜਿਨ੍ਹਾਂ ਦਾ ਕੱਲ ਆਪਾਂ ਅਵਤਾਰ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਹੈ। ਸੋ ਸਤਿਗੁਰੂ ਜੀ ਉਹ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰਨ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਲੈ ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁਖ ਜਲੇ। ਬਿਨਵੰਤ ਨਾਨਕ ਦਇਆ ਥਾਰੀ, ਮੇਲ ਲੀਨੇ ਇੱਕ ਪਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ